ਕੀ ਹੋ ਰਿਹਾ ਕੀ ਨਹੀਂ ਯੂਕੇ ਦੇ ਵਿੱਚ ਕੋਵਿਡ ਰਿਲੇਟਡ, ਇਮੀਗ੍ਰੇਸ਼ਨ ਰਿਲੇਟਡ, ਸਮਾਜਿਕ ਰਿਲੇਟਡ। ਦੋ ਤਿੰਨ ਪਹਿਲਾਂ ਪੁਆਇੰਟਸ ਹੈ ਜੋ ਕਿ ਤੁਹਾਨੂੰ ਅਪਡੇਟਾਂ ਦੇ ਦਈਏ। ਇੱਕ ਤਾਂ ਜੀ ਕਿ ਅੱਜ ਤੱਕ 41,000 ਲੋਕ ਜੋ ਹੈਗੇ ਕੋਵਿਡ ਦੇ ਸ਼ਿਕਾਰ ਹੋ ਗਏ ਆ ਯੂਕੇ ਦੇ ਵਿੱਚ ਅਤੇ ਪੂਰੇ ਹੋ ਗਏ ਆ। ਅਤੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਵੀ ਤਕਰੀਬਨ 200 ਜੋ ਲੋਕ ਹੈਗੇ ਆ ਦਿਹਾੜੀ ਦੇ ਪੂਰੇ ਹੋ ਰਹੇ ਆ। ਸੋ ਜਿਨ੍ਹਾਂ ਦੇ ਫੈਮਿਲੀ ਮੈਂਬਰ ਨਹੀਂ ਰਹੇ ਕੋਵਿਡ ਕਰਕੇ ਉਹਨਾਂ ਲਈ ਅਰਦਾਸ ਕਰਦੇ ਹਾਂ ਜੀ ਅਸੀਂ ਕਿ ਉਹਨਾਂ ਨੂੰ ਹੌਸਲਾ ਮਿਲੇ ਅਤੇ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਮਿਲਣ। ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੌਸਲਾ ਦਿੰਦੇ ਹਾਂ ਕਿ ਰੱਬ ਉਹਨਾਂ ਨੂੰ ਸ਼ਕਤੀ ਦੇਵੇ ਇਸ ਟਾਈਮ ਦੇ ਵਿੱਚ ਜੋ ਹੈਗਾ। ਕਿਉਂਕਿ ਆਪਾਂ ਜ਼ਿਆਦਾ ਇਹੀ ਸੋਚਦੇ ਹੁੰਦੇ ਕਿ ਜੇ ਸਾਨੂੰ ਤਾਂ ਪਤਾ ਨਹੀਂ ਜੇ ਸਾਡੇ ਨਹੀਂ ਪੂਰੇ ਹੋਏ ਪਰ ਆਪਾਂ ਠੀਕ ਆ, ਬਟ ਐਕਚੁਅਲੀ ਸਾਨੂੰ ਇਹ ਨਹੀਂ ਪਤਾ ਕਿ ਬਹੁਤ ਸਾਡੇ ਜੋ ਕਮਿਊਨਿਟੀ ਦੇ ਲੋਕ ਆ ਉਹ ਬਹੁਤ ਪੂਰੇ ਹੋਏ ਆ। ਕਿਸੇ ਦਾ ਡੈਡੀ, ਕਿਸੇ ਦਾ ਹਸਬੈਂਡ, ਕਿਸੇ ਦੇ ਪੁੱਤ, ਕਿਸੇ ਦੇ ਭੈਣ ਭਰਾ ਸਭ ਬਹੁਤ ਪੂਰੇ ਹੋਏ ਆ। ਸੋ ਉਹਨਾਂ ਲਈ ਅਸੀਂ ਸ਼ੋਕ ਪ੍ਰਗਟ ਕਰਦੇ ਹਾਂ ਜੀ ਕਿ ਉਹਨਾਂ ਦਾ ਟਾਈਮ ਹਜੇ ਨਹੀਂ ਸੀ ਆਇਆ, ਬਟ ਅਨਫੋਰਚੂਨੇਟਲੀ ਬਿਮਾਰੀ ਕਰਕੇ ਕਈ ਸ਼ਿਕਾਰ ਹੋ ਗਏ ਆ। ਯੂਕੇ ਦਾ ਰੇਟ ਹਜੇ ਵੀ ਬਾਕੀ ਮੁਲਕਾਂ ਦੇ ਕੰਪੈਰੀਜ਼ਨ ਦੇ ਨਾਲ ਹਾਈ ਆ। ਆਪਾਂ ਇਹੀ ਕਹਿ ਸਕਦੇ ਹਾਂ ਕਿ ਜੀ ਹਾਈ ਆ, ਬਟ ਯੂਕੇ ਗੌਰਮੈਂਟ ਦੀ ਇਹ ਕੋਸ਼ਿਸ਼ ਹੈਗੀ ਹੈ ਜੀ ਕਿ ਮੁਲਕ ਨੂੰ ਹੁਣ ਅਸੀਂ ਵਾਪਸ ਰੀਸਟਾਰਟ ਕਰੀਏ ਅਤੇ ਉਹਨੂੰ ਇੱਦਾਂ ਕੋਸ਼ਿਸ਼ ਕਰੀਏ ਜੀ ਕਿ ਇਕੋਨਮੀ ਇਹਦੀ ਟਰੈਕ 'ਤੇ ਆਵੇ ਅਤੇ ਲੋਕਾਂ ਨੂੰ ਕੰਮ 'ਤੇ ਭੇਜੀਏ ਮੁੜ ਕੇ। ਇਸ ਲਈ ਕੁਛ ਅਗਲੇ ਹਫ਼ਤੇ ਤੋਂ ਮੈਜਰਸ ਆ ਰਹੀਆਂ ਜਿਹਦੇ ਵਿੱਚ ਇਹ ਦੱਸ ਰਹੇ ਆ ਜੀ ਕਿ ਤੁਸੀਂ ਕੀ ਕਰ ਸਕਦੇ ਕੀ ਨਹੀਂ। ਉਹਨਾਂ 'ਚੋਂ ਇੱਕ ਹੈਗਾ ਜੀ ਕਿ ਜੋ ਧਾਰਮਿਕ ਸਥਾਨ ਆ ਉਹ 15 ਤਰੀਕ ਤੋਂ ਖੋਲ੍ਹੇ ਜਾਊਗੇ। 15 ਤਰੀਕ ਜੀ ਸੋਮਵਾਰ ਨੂੰ ਆ ਜਾਂਦੀ ਹੈ। ਸੋ ਸੋਮਵਾਰ ਤੋਂ ਧਾਰਮਿਕ ਸਥਾਨ ਖੋਲ੍ਹੇ ਜਾਣਗੇ ਜੀ ਮੁੜ ਕੇ, ਜਿਸ ਤਰ੍ਹਾਂ ਗੁਰਦੁਆਰੇ ਹੋਏ, ਮਸਜਿਦ ਹੋਏ, ਮੰਦਰ ਹੋਏ, ਚਰਚਾਂ ਹੋਈਆਂ। ਪਰ ਉਹਦੇ 'ਚ ਸ਼ਰਤਾਂ ਕਾਫੀ ਲਾਈਆਂ ਗਈਆਂ ਕਿ ਉਹ ਸਿਰਫ ਤੁਸੀਂ ਮੱਥਾ ਟੇਕਣ ਲਈ ਜਾਂ ਇੰਡੀਵਿਜੂਅਲ ਆਪਣੀ ਪ੍ਰੇਅਰ ਕਰਨ ਲਈ ਜਾ ਸਕਦੇ ਆ। ਸੋ ਉੱਥੇ ਕਈ ਚੀਜ਼ਾਂ ਜੋ ਹੈਗੀਆਂ ਨਹੀਂ ਹੋਊਗੀਆਂ, ਮਤਲਬ ਜਗਰਾਤੇ ਨਹੀਂ ਹੋ ਸਕਦੇ ਉੱਥੇ, ਮੈਸ ਜਿਹਨੂੰ ਸੱਦਦੇ ਆ ਕ੍ਰਿਸਚੈਨਿਟੀ ਵਿੱਚ ਉਹ ਨਹੀਂ ਹੋ ਸਕਦਾ, ਜੁਮਾ ਨਹੀਂ ਹੋ ਸਕਦਾ, ਕੀਰਤਨ ਨਹੀਂ ਹੋ ਸਕਦਾ। ਇਹ ਪਾਬੰਦੀਆਂ ਲਾਈਆਂ ਗਈਆਂ ਅਤੇ ਉਹਦੇ ਵਿੱਚ ਕਈ ਸ਼ਰਤਾਂ ਲਾਈਆਂ ਗਈਆਂ ਕਿ ਆਹ ਚੀਜ਼ਾਂ ਚਾਹੀਦੀਆਂ। ਮਤਲਬ ਜਦੋਂ ਤੁਸੀਂ ਐਂਟਰ ਕਰਨਾ ਉੱਥੇ ਸੈਨੀਟਾਈਜ਼ਰ ਹੋਣਾ ਜ਼ਰੂਰੀ ਆ, ਹੱਥ ਧੋਣ ਦੀ ਫੈਸਿਲਿਟੀ ਹੋਣਾ ਜ਼ਰੂਰੀ ਆ, ਹਰ ਵਿਅਕਤੀ ਨੇ 2-2 ਮੀਟਰ ਦੂਰ ਰਹਿਣਾ ਇੱਕ ਦੂਜੇ ਤੋਂ। ਮਤਲਬ ਇਹ ਨਹੀਂ ਕਿ ਇਕੱਠੇ ਹੋਣਾ ਤੁਸੀਂ ਇੱਕ ਗਰੁੱਪ ਦੇ ਵਿੱਚ, ਉਹ ਅਲਾਊਡ ਨਹੀਂ ਹੈਗਾ ਤੁਹਾਨੂੰ। ਉੱਥੇ ਖਾਣੇ ਪੀਣੇ ਦਾ ਇੰਤਜ਼ਾਮ ਵੀ ਅਲਾਊਡ ਨਹੀਂ ਹੈਗਾ। ਸੋ ਲੰਗਰ ਦੀ ਜੋ ਫੈਸਿਲਿਟੀ ਆ ਉਹ ਵੀ ਨਹੀਂ ਹਜੇ ਇਹ ਖੋਲ੍ਹੂਗੇ। ਮੈਂ ਤੁਹਾਨੂੰ ਲਿਸਟ ਦੱਸ ਦਿੰਦਾ ਜੀ ਕਿ ਕੀ ਹੋਣਾ ਹੈ। ਕਿਸੇ ਚੀਜ਼ਾਂ ਨੂੰ ਹੱਥ ਲਾਉਣਾ ਜਾਂ ਉਹਨਾਂ ਨੂੰ ਚੁੰਮਣਾ ਇਹ ਅਲਾਊਡ ਨਹੀਂ ਹੈਗਾ ਆ। ਸਾਈਨ ਕਲੀਅਰ ਹੋਣੇ ਚਾਹੀਦੇ ਆ ਜੀ। ਜੋ ਲੋਕਾਂ ਦੀ ਪ੍ਰੋਪਰਟੀ ਆ ਉਹਨਾਂ ਨੂੰ ਹੱਥ ਲਾਉਣਾ ਵੀ ਅਲਾਊਡ ਨਹੀਂ ਹੈਗਾ। ਸੋ ਕਿਸੇ ਦੀ ਜੁੱਤੀਆਂ ਨੂੰ ਹੱਥ ਲਾਉਣਾ ਉਹ ਵੀ ਜ਼ਿਆਦਾ ਅਲਾਊਡ ਨਹੀਂ ਹੈਗਾ। ਅਤੇ ਆਪਣੇ ਤੁਸੀਂ ਸਮਾਨ ਨੂੰ ਆਪ ਹੀ ਕਰਨਾ ਆ। ਬੁੱਕਾਂ ਜੋ ਹੈਗੀਆਂ, ਜਿਹੜੀ ਚੀਜ਼ਾਂ ਸਾਂਝੀਆਂ ਵਰਤੀ ਜਾਂਦੀਆਂ ਉਹਨਾਂ ਨੂੰ ਵੀ ਤੁਸੀਂ ਟੱਚ ਨਹੀਂ ਕਰਨਾ, ਅਵੋਇਡ ਕਰਨਾ ਉਸ ਚੀਜ਼ਾਂ ਨੂੰ। ਫੂਡ ਔਰ ਡਰਿੰਕ ਨਹੀਂ ਅਵੇਲੇਬਲ ਹੋ ਸਕਦਾ, ਓਡੀ ਸੈਡ। ਉੱਥੇ ਕੋਈ ਗਾਉਣਾ ਜਾਂ ਕੋਈ ਕਿਸੇ ਮਿਊਜ਼ੀਕਲ ਇੰਸਟਰੂਮੈਂਟ ਦਾ ਵਜਾਉਣਾ ਉਹ ਨਹੀਂ ਹੋ ਸਕਦਾ ਜੀ। ਸੋ ਢੋਲਕੀ ਤਬਲੇ, ਸਿਤਾਰ, ਜੋ ਵੀ ਆ, ਛੈਣੇ ਛੁਣੇ ਜੋ ਵੀ ਖੜਕਣੇ ਆ ਜੀ ਉਹ ਹੁਣ ਖੜਕਾ ਨਹੀਂ ਸਕਦੇ ਹਾਲੇ ਤੁਸੀਂ। ਉਹ ਵੀ ਹੈ ਕਹਿੰਦੇ ਕਿ ਨਹੀਂ, ਜਿੱਥੇ ਲੋਕਾਂ ਦਾ ਇਕੱਠ ਹੋਵੇ ਉਹ ਅਲਾਊਡ ਨਹੀਂ ਹੈਗਾ ਦੇ ਵਿੱਚ। ਸੋ ਉਹ ਕਹਿੰਦੇ ਉਹਨਾਂ ਬਾਰੇ ਗੌਰਮੈਂਟ ਹਾਲੇ ਦੱਸੇਗੀ ਜੀ ਕਿ ਉਹ ਕਦੋਂ ਰਿਜ਼ਿਊਮ ਕਰੂਗੇ। ਬਹੁਤ ਕੁਛ ਤੁਸੀਂ ਗੁਰਦੁਆਰਿਆਂ ਵਾਲੇ ਤਾਂ ਬਹੁਤ ਹੁਣ ਔਖਾ ਹੋਣਾ। ਆਹ ਲਿਖਿਆ, ਵੇਅਰ ਪੋਸੀਬਲ ਫੇਥ ਲੀਡਰਸ ਸ਼ੁੱਡ ਡਿਸਕੈਰੇਜ ਕੈਸ਼ ਗਿਵਿੰਗ। ਸੋ ਕੈਸ਼ ਜਿਹੜਾ ਤੁਸੀਂ ਦਿੰਦੇ ਆ ਜਾਂ ਗੋਲਕ ਦੇ ਵਿੱਚ ਕੈਸ਼ ਪਾਉਂਦੇ ਆ ਉਹ ਵੀ ਡਿਸਕਰੇਜ ਕੀਤਾ ਗਿਆ। ਅਤੇ ਇਹਨਾਂ ਨੇ ਕਿਹਾ ਕਿ ਔਨਲਾਈਨ ਪੇਮੈਂਟ ਐਕਸੈਪਟ ਕਰਨੀ ਚਾਹੀਦੀ ਆ। ਮਤਲਬ ਜੇ ਤਾਂ ਕੋਂਟੈਕਟਲੈਸ ਹੋਵੇ ਉਹਦੇ ਨਾਲ ਤੁਸੀਂ ਚੜ੍ਹਾਵਾ ਕਰ ਸਕਦੇ ਆ। ਜੇ ਹੁਣ ਕਿੱਥੋਂ ਕੋਈ ਨੋਟਾਂ ਨੂੰ ਵੀ ਨਾ ਕਰਦਾ ਕੋਈ, ਮੈਂ ਤਾਂ ਅਜੇ ਤੱਕ ਦੇਖਿਆ ਨਹੀਂ। ਪਰ ਲਾਅ ਐਕਚੁਅਲੀ ਇਹ ਆ, ਦੈਟਸ ਦ ਗਾਈਡਲਾਈਨਸ ਐਂਡ ਇਟਸ ਆਲ ਇਨ ਦ ਗਾਈਡਲਾਈਨਸ। ਦੇਖੋ ਬਿਫੋਰ ਪ੍ਰਧਾਨ ਹੋਣੀ ਔਖੇ ਹੋ ਜਾਣ ਅਤੇ ਕਹਿਣ ਕੀ ਕਹਿੰਦਾ ਆ ਲਓ ਜੀ
ਆ ਸਾਰਾ ਗਵਰਨਮੈਂਟ ਦੀ COVID-19 ਗਾਈਡੈਂਸ ਫॉर द ਸੇਫ ਯੂਜ਼ ਆਫ ਪਲੇਸ ਆਫ ਵਰਸ਼ਿਪ ਗਵਰਨਮੈਂਟ ਦੀ ਵੈਬਸਾਈਟ ਆ, ਤੁਸੀਂ ਦੇਖ ਸਕਦੇ ਆ। ਇਹ ਗਾਈਡੈਂਸ ਜੋ ਹੈਗੀ ਆ ਇਹ ਲਿਖੀ ਗਈ 12 ਜੂਨ ਨੂੰ, ਅੱਜ ਪਬਲਿਸ਼ ਹੋਈ ਆ। ਸੋ ਉਹਦੇ ਵਿੱਚ ਆ ਲਿਖਿਆ ਹੈ ਜੀ ਕਿ ਕੈਸ਼ ਨਹੀਂ ਲੈਣਾ, should be discouraged from giving cash। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸ਼ਾਮ ਨੂੰ ਗੋਲਕ ਬਿਠਾ ਕੇ ਖੋਲ ਕੇ ਫਿਰ ਕੈਸ਼ ਗਿਣੋ, ਉਹ ਅਲਾਉਡ ਨਹੀਂ। ਇਹ ਕਹਿੰਦੇ ਜੋ ਪੇਮੈਂਟ ਲੈਣੀ ਆਨਲਾਈਨ ਲੈ ਲਿਓ। already over the moon about that। ਚਲੋ ਜੀ, ਮੇਨ ਚੀਜ਼ ਤੇ ਆ ਕਿ ਤੁਸੀਂ ਆਪਣੇ ਉੱਥੇ ਇੰਡੀਵਿਜੂਅਲ ਅਰਦਾਸ ਕਰਨ ਲਈ ਜਾ ਸਕਦੇ ਆ। ਸੋ as long as ਤੁਸੀਂ ਰੂਲਾਂ ਦੇ ਹਿਸਾਬ ਰਹਿੰਦੇ ਆ। ਦੇਖੋ ਜੀ, ਰੂਲਾਂ ਦੇ ਹਿਸਾਬ ਨਾਲ ਰਹੋਗੇ ਤਾਂ ਉਨੀ ਛੇਤੀ ਚਾਂਸਿਸ ਆ ਕਿ ਸਾਰਾ ਕੁਝ ਨੋਰਮਲ ਨੂੰ ਆ ਜਾਊਗਾ। ਜੇ ਤੁਸੀਂ ਬਾਰ-ਬਾਰ ਰੂਲ ਤੋੜੋਗੇ ਜੀ ਤਾਂ ਇਹਨਾਂ ਨੇ ਸਖਤੀ ਲੈ ਕੇ ਆਉਣੀ ਆ। ਕੋਈ ਵੀ ਚੀਜ਼ ਲਾਈਫ ਦੇ ਵਿੱਚ ਇਹਦਾ ਇਹੀ ਰੂਲ ਹੁੰਦਾ ਆ। ਇਹ ਰੂਲ ਹੁੰਦਾ ਆ, ਤੁਸੀਂ ਆਪਣੇ ਘਰਾਂ 'ਚ ਦੇਖ ਲਓ, ਬੱਚਾ ਬਾਰ-ਬਾਰ ਰੂਲ ਬ੍ਰੇਕ ਕਰਦਾ ਤਾਂ ਫਿਰ ਤੁਸੀਂ ਉਹਨਾਂ 'ਚੋਂ ਫੈਸਿਲਿਟੀ ਖੋਲ੍ਹਣੇ ਆ, ਹੈ ਨਾ। ਬਾਰ-ਬਾਰ ਬੱਚਾ ਲੇਟ ਆਉਂਦਾ ਘਰ ਨੂੰ ਤਾਂ ਤੁਸੀਂ ਕਹਿਣਾ ਹੁਣ ਤੂੰ ਜਾ ਨਹੀਂ ਸਕਦਾ, ਮੈਂ ਚਾਬੀਆਂ ਲੈਣ ਲੱਗਾ ਤੋਂ ਉੱਤੋਂ, ਜਾਂ ਕਾਰ ਦੀ ਚਾਬੀਆਂ ਲੈਣ ਲੱਗਾ। ਰਾਈਟ। ਇਹੀ ਚੀਜ਼ ਗੌਰਮੈਂਟ ਦੇਖਦੀ ਆ ਕਿ ਤੁਸੀਂ ਬਾਰ-ਬਾਰ ਰੂਲ ਬ੍ਰੇਕ ਕਰਦੇ ਆ ਤਾਂ ਤੁਹਾਨੂੰ ਸਜ਼ਾ ਮਿਲਦੀ ਹੈ ਉਸ ਚੀਜ਼ ਦੀ। ਰੂਲਾਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਜਲਦੀ ਆਵਾਂਗੇ। ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 70 ਤੋਂ ਉੱਤੇ ਆ ਉਹਨਾਂ ਨੂੰ ਘਰ ਰਹਿਣਾ ਚਾਹੀਦਾ ਆ। ਕੋਸ਼ਿਸ਼ ਕਰਨੀ ਚਾਹੀਦੀ ਕਿ ਹਾਲੇ ਨਾ ਇਸ ਸਥਾਨਾਂ 'ਤੇ ਜਾਣ, ਕਿਉਂਕਿ ਖਤਰਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਆ। ਅਤੇ ਬੱਚਿਆਂ ਨੂੰ ਅਤੇ ਯੰਗਸਟਰਾਂ ਨੂੰ ਉਹਨਾਂ ਨੇ ਇਹ ਕਿਹਾ, ਇਫ ਯੂ ਯੰਗ ਔਰ ਇਫ ਯੂ ਆਰ ਕਿਡ and you're going to Gurdwara, you're encouraged to wash your hands more than what you normally would. So make sure your hands are clean. ਤੁਸੀਂ ਫੇਸ ਕਵਰਿੰਗ ਪਾ ਸਕਦੇ ਆ, ਮਾਸਕ ਪਾ ਕੇ ਜਾ ਸਕਦੇ ਹੋ ਤੁਸੀਂ ਕਿਸੇ ਗੁਰੂ ਘਰ ਜਾਂ ਚਰਚ। ਅਤੇ ਮਾਸਕ ਪਾਉਣ ਦਾ ਤਾਂ ਇਹਨਾਂ ਨੇ ਇਹ ਵੀ ਕਿਹਾ ਕਿ ਜੀ ਟ੍ਰੇਨ 'ਤੇ ਜਾਣਾ, ਬੱਸ 'ਤੇ ਜਾਣਾ ਤਾਂ ਮਾਸਕ ਪਾਉਣਾ ਚਾਹੀਦਾ ਤੁਹਾਨੂੰ। ਤੁਸੀਂ ਡਾਕਟਰ ਦੇ ਵੀ ਜਾਣਾ ਜਾਂ ਹਸਪਤਾਲ ਜਾਣਾ ਤਾਂ ਵੀ ਮਾਸਕ ਤੁਸੀਂ ਪਾ ਕੇ ਜਾਣਾ। ਮਾਸਕ ਪਾਉਣ ਨਾਲ ਕੋਈ ਘਾਟਾ ਹੈ ਨਹੀਂ ਜੀ। ਮਾਸਕ ਕਿਸ ਤਰ੍ਹਾਂ ਪਾਇਆ ਜਾਂਦਾ ਉਹ ਮੈਂ ਅੱਗੇ ਤੁਹਾਨੂੰ ਦੱਸ ਚੁੱਕਾ ਹਾਂ ਜੀ। ਉਹ ਵੀਡੀਓ ਮੇਰਾ ਖਿਆਲ ਤੁਹਾਡੇ ਸਾਰਿਆਂ ਦੇ ਫੋਨਾਂ 'ਤੇ ਸੇਵ ਹੋ ਚੁੱਕਾ ਆ ਅਤੇ ਉਹ ਤੁਹਾਨੂੰ ਪਤਾ ਹੈ, ਉਹਨੂੰ ਦੁਹਰਾਉਣ ਦੀ ਲੋੜ ਹੈ ਨਹੀਂ। ਬਟ ਜੇ ਦੁਹਰਾਉਣਾ ਕਿਸੇ ਨੇ, ਉਹ ਇੰਟਰਨੈਟ 'ਤੇ ਜਾ ਕੇ ਦੇਖ ਸਕਦਾ, ਕਿਸੇ ਤੋਂ WhatsApp ਤੋਂ ਮੰਗਾ ਲਿਓ, ਮੇਰੇ ਤੋਂ ਹੀ ਮੰਗਾ ਲਿਓ। ਅਤੇ ਹਾਂਜੀ, ਉਹ ਕਿੱਦਾਂ ਮਾਸਕ ਪਾਈਦਾ ਤੁਹਾਨੂੰ ਫਿਰ ਵੀ ਕਿਤੇ ਦਿਖਾ ਲਾਂਗੇ, ਪਰ ਕਿਰਪਾ ਕਰੋ ਤਾਂ ਮਾਸਕ ਪਾਓ ਜੀ। ਆਹ ਤੁਹਾਡੇ ਫਾਇਦੇ ਲਈ ਆ ਅਤੇ ਸਾਡੇ ਫਾਇਦੇ ਲਈ ਵੀ ਆ, ਕਿਉਂਕਿ ਇਹਦੇ ਨਾਲ ਇੱਕ ਤਾਂ ਤੁਹਾਡਾ ਸਾਹ ਕਲੀਅਰ ਰਹੂ। ਜੇ ਅੰਦਰ ਨੂੰ ਖਿੱਚਦੇ ਆ ਤਾਂ ਜੋ ਤੁਸੀਂ ਬਾਹਰ ਨੂੰ ਕੱਢਦੇ ਆ ਉਹ ਨਹੀਂ ਕਿਸੇ ਦੇ ਜਾਂਦਾ। ਸੋ ਇਹ ਵੀ ਬਹੁਤ ਜ਼ਰੂਰੀ ਆ। ਇਹ ਨਹੀਂ ਕਿ ਤੁਹਾਨੂੰ ਕੋਵਿਡ ਨਹੀਂ ਹੋਈ ਤਾਂ ਤੁਸੀਂ 10 ਬੰਦਿਆਂ ਨੂੰ ਹੋਰ ਮਾਰਨਾ ਆ। ਇਹ ਕੋਈ ਜਿੱਦ ਨਹੀਂ ਫੜੀ ਹੋ। ਬਾਕੀਆਂ ਦੇ ਵੀ ਮਾਪੇ, ਬਾਕੀਆਂ ਦੇ ਵੀ ਭੈਣ ਭਰਾ, ਬੱਚੇ ਇੱਕੋ ਜਿਹੇ ਜਿੱਦਾਂ ਤੁਹਾਡੇ ਆ। ਸੋ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਣਾ ਹੈ। But for people who are missing going to the Gurdwara, to the masjid, to the church, it's good news. But please make sure you stick to the rules. So ਪਹਿਲੀ ਤਾਂ ਜੀ ਆਹ ਚੀਜ਼ਾਂ ਹੈਗੀਆਂ ਜੋ ਕਿ ਇੱਕ ਚੀਜ਼ ਦੱਸਣਾ ਜ਼ਰੂਰੀ ਸੀ। ਦੂਜੀ ਜੀ ਹੁਣ ਕੀ ਖਬਰ ਆ ਜੀ, ਬੜੀ ਖੁਸ਼ੀ ਦੀ ਵੀ ਗੱਲ ਆ, ਪਰ ਇੱਕ ਦੋ ਉਹਦੇ ਨਾਲ ਐਡਵਾਈਸ ਵੀ ਤੁਹਾਨੂੰ ਦੇਣਾ ਚਾਹੁੰਦਾ ਹਾਂ ਕਿ ਜੀ ਇੱਕ ਪ੍ਰਸਤਾਵ ਰੱਖਿਆ ਈਲਿੰਗ ਕੌਂਸਲ ਨੇ ਕਿ ਜਿਹੜੀ ਸਾਡੀ ਹੈਵਲੋਕ ਰੋਡ ਆ, ਜਿਸ ਉੱਤੇ ਸਾਡਾ ਦਫ਼ਤਰ ਵੀ ਆ ਅਤੇ ਮੇਰੀਆਂ ਪ੍ਰੋਪਰਟੀਆਂ ਵੀ ਆ ਉੱਥੇ, ਅਤੇ ਗੁਰੂ ਘਰ ਵੀ ਆ ਜੀ ਉੱਥੇ ਸਾਊਥ ਹਾਲ ਦਾ। ਹੈਵਲੋਕ ਰੋਡ ਵਾਲਾ ਨਵਾਂ ਗੁਰਦੁਆਰਾ ਜਿਹਨੂੰ ਕਹਿ ਦਿੰਦੇ, ਭਾਵੇਂ ਉਹਨੂੰ ਵਿਚਾਰੇ ਨੂੰ 16 ਸਾਲ ਹੋ ਗਏ, ਵਿਚਾਰਾ ਤਾਂ ਨਹੀਂ ਕਹਿਣਾ ਚਾਹੀਦਾ, ਸਤਿਗੁਰੂ ਘਰ ਨੂੰ ਮਾਫੀ ਦਿਓ ਜੀ ਉਸ ਚੀਜ਼ ਦੇ, ਬਟ ਗੁਰੂ ਘਰ ਨੂੰ 16 ਸਾਲ ਖੁੱਲ੍ਹੇ ਨੂੰ ਮੇਰਾ ਖਿਆਲ ਹੋ ਚੁੱਕੇ ਉੱਥੇ ਹੈਵਲੋਕ ਰੋਡ। ਅਤੇ ਜੋ ਨਵਾਂ ਬਣਿਆ ਉਹਨੂੰ ਹਜੇ ਵੀ ਆਪਾਂ ਨਵਾਂ ਗੁਰਦੁਆਰਾ ਕਹਿੰਦੇ ਆ, ਪੁਰਾਣਾ ਸਾਊਥ ਹਾਲ। ਪਰ ਪੁਰਾਣਾ ਸਾਊਥ ਹਾਲ ਦੇ ਵਿੱਚ ਏਰੀਆ ਦੇ ਵਿੱਚ ਹੈਗਾ ਤਾਂ ਸਾਊਥ ਹਾਲ ਜੀ ਇੱਕੋ ਹੀ ਆ ਏਰੀਆ, ਬਟ ਉਹਨੂੰ ਨਵੇਂ ਤਾਂ ਪੁਰਾਣੇ 'ਚ ਵੰਡਿਆ ਗਿਆ। ਜਿੱਦਾਂ ਅਸੀਂ ਪਾਸੇ ਵੰਡਦੇ ਨੇ ਪਿੰਡਾਂ ਦੇ ਵਿੱਚ ਕਿ ਜੋ ਨਵਾਂ ਪਾਸਾ ਉਹ ਪੁਰਾਣਾ ਪਾਸਾ। ਸੋ ਸਾਡਾ ਜੋ ਦਫ਼ਤਰ ਹੈ ਜੀ ਉਹ ਪੁਰਾਣੇ ਸਾਊਥ ਹਾਲ 'ਚ ਆਉਂਦਾ ਹੈ। ਜੋ ਬਰੋਡਵੇ ਦਾ ਹਿੱਸਾ ਹੈ ਜੀ ਸਟੇਸ਼ਨ ਤੋਂ ਉਸ ਪਾਸੇ ਬਰੋਡਵੇ ਵਾਲੇ ਦਾ, ਉਹਨੂੰ ਨਵਾਂ ਸਾਊਥ ਹਾਲ ਸੱਦਦੇ ਆ ਜੀ। ਸੋ ਉਹਦੇ ਵਿੱਚ ਜੀ ਦੋ ਗੁਰੂ ਘਰ ਆ ਮੇਨ, ਜੋ ਸਾਡੇ ਸ਼੍ਰੀ ਗੁਰੂ ਸਿੰਘ ਸਭਾ ਵਾਲੇ ਆ ਜੀ। ਇੱਕ ਤਾਂ ਪਾਰਕ ਐਵਨਿਊ ਹੈ ਜੋ ਸਟੇਸ਼ਨ ਦੇ ਕੋਲ ਆ, ਜਿਸ ਨੂੰ ਰੀਲੋਕੇਟ ਕਰਨ ਦੀ ਪਲੈਨਿੰਗ ਚੱਲ ਰਹੀ ਹੈ ਕ੍ਰੋਸ ਰੇਲ ਕਰਕੇ। ਅਤੇ ਇੱਕ ਜੀ ਹੈਵਲੋਕ ਰੋਡ ਵਾਲਾ ਗੁਰਦੁਆਰਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੈਗਾ ਜੋ ਆਪਣੇ ਦਫ਼ਤਰ ਦੇ ਕੋਲ ਆ। ਹੈਵਲੋਕ ਰੋਡ ਦਾ ਨਾਂ ਪ੍ਰਸਤਾਵ ਰੱਖਿਆ ਜੀ ਈਲਿੰਗ ਕਾਉਂਸਲ ਕੋਲ ਕਿ ਜੀ ਕਿ ਉਹਨੂੰ ਬਦਲਿਆ ਜਾਵੇ, ਕਿ ਉਹਨਾਂ ਦਾ ਨਾਂ ਗੁਰੂ ਨਾਨਕ ਰੋਡ ਰੱਖਿਆ ਜਾਵੇ। ਸੋ ਹੁਣ ਉਹਦੇ ਬਾਰੇ ਇਹ ਪ੍ਰਸਤਾਵ ਸੋਚ ਰਹੇ ਆ, ਕੰਸਲਟੇਸ਼ਨ ਚੱਲੇਗੀ। ਇਹ ਨਹੀਂ ਕਿ ਜੀ ਹਲੇ ਰੱਖ ਲਿਆ ਨਾਂ, ਉਹ ਗਲਤ ਇਨਫੋਰਮੇਸ਼ਨ ਆਈ ਆ ਜੋ ਲੋਕ ਕਹਿ ਰਹੇ ਆ। ਹੁਣ ਇਹਦਾ ਵੀ ਹੁਣ ਕੀ ਦੱਸੀਏ ਜੀ,
ਇਹ ਉਹ ਗੱਲ ਹੈ ਜੀ ਕਿ ਨਿਆਣਾ ਹਲੇ ਜੰਮਿਆ ਨਹੀਂ, ਲੋਹੜੀ ਪਾਉਣ ਵਾਲੇ 4 ਖੜੇ ਹੋ ਜਾਂਦੇ ਆ, ਭਾਵੇਂ ਚੌਥਾ ਮਹੀਨਾ ਹੀ ਚੱਲਦਾ ਹੋਵੇ ਕਿ ਜੀ ਹੋ ਗਿਆ ਜੀ, ਹੋ ਗਏ ਬਾਅਦ ਬੱਚਾ ਹੋ ਗਿਆ। ਇਹ ਨਹੀਂ ਹਲੇ ਹੋਇਆ, ਹਲੇ ਇੱਕ ਪ੍ਰਸਤਾਵ ਆ। ਔਰ ਇਹ ਜੋ ਪ੍ਰਸਤਾਵ ਆ ਹੈਵਲੌਕ ਰੋਡ ਵਾਲਾ, ਇਹ 2002 ਦੇ ਵਿਚਾਰ ਚੱਲ ਰਿਹਾ ਜੀ। ਤੁਸੀਂ BBC ਦੀ ਵੈਬਸਾਈਟ 'ਤੇ ਜਾਓਗੇ ਤਾਂ 2002 ਤੋਂ ਤੁਹਾਨੂੰ ਆਰਟੀਕਲ ਮਿਲੂਗੇ ਜੀ ਉਹਨਾਂ 'ਤੇ, ਜਿੱਥੇ ਕਈ ਲੋਕਾਂ ਨੇ ਕਿਹਾ ਜੀ ਕਿ ਹੈਵਲੌਕ ਰੋਡ ਦਾ ਨਾਮ ਬਦਲਾਇਆ ਜਾਵੇ। ਹੈਵਲੌਕ ਰੋਡ ਜੋ ਹੈਗਾ ਆ ਇੱਕ ਬ੍ਰਿਟਿਸ਼ ਅਫਸਰ ਦੇ ਨਾਂ ਮਗਰ ਰੱਖਿਆ ਗਿਆ ਹੈ, ਔਰ ਉਹ ਅਫਸਰ ਨੇ 1857 ਦੇ ਵਿੱਚ 1857 ਦੇ ਵਿੱਚ ਇੰਡੀਅਨ ਮਿਊਟਨੀ ਦੇ ਵਿੱਚ ਬਹੁਤ ਇੰਡੀਅਨ ਵਿਅਕਤੀ ਮਾਰੇ ਸੀਗੇ। ਤਾਂ ਉਸ ਮਿਊਟਨੀ ਤੋਂ ਬਾਅਦ ਜੀ ਕਈ ਇੰਡੀਅਨ ਸਾਡੇ ਮਰੇ, ਕਈ ਕੀ it was almost like a genocide, people have described it. After the 1857 mutiny, between 100,000 to 1 million people have estimated to have been murdered by the British to quell the uprising. ਉਹਦੇ ਬਾਰੇ ਜੀ ਫਿਲਮ ਵੀ ਇਹਨਾਂ ਨੇ ਬਣਾਈ, ਮੰਗਲ ਪਾਂਡੇ ਵਾਲੀ ਫਿਲਮ, ਜਿਹਦੇ ਵਿੱਚ ਆਮਿਰ ਖਾਨ ਆ, ਉਹ ਉਸ ਚੀਜ਼ 'ਤੇ ਹੀ ਬੇਸਡ ਆ। ਇੰਡੀਅਨ ਮਿਊਟਨੀ ਤੁਸੀਂ ਪੜ੍ਹ ਸਕਦੇ ਆ, ਤਾਂ ਤੁਸੀਂ ਦੇਖ ਸਕਦੇ। ਸੋ ਲੋਕ ਕਹਿੰਦੇ ਆ ਜੀ ਕਿ ਇੱਦਾਂ ਦੇ ਅਤਿਆਚਾਰੀ ਬੰਦੇ ਦੇ ਮਗਰ ਰੋਡ ਦਾ ਨਾਂ ਰੱਖਣਾ ਚੰਗੀ ਗੱਲ ਨਹੀਂ, ਕਿ ਇਹਨੂੰ ਬਦਲਾਇਆ ਜਾਵੇ। ਤਾਂ ਅਗਰ ਜੇ ਬਦਲਾਉਣਾ ਹੀ ਆ ਤੇ ਆਪਣੇ ਗੁਰੂ ਦਾ ਨਾਂ ਕਿਉਂ ਨਹੀਂ ਅਸੀਂ ਦੇ ਸਕਦੇ ਰੋਡ 'ਤੇ। ਇਹ ਕਈ ਕਮਿਊਨਿਟੀਆਂ ਨੇ ਆਪਣਾ ਇਹ ਨਾਂ ਰੱਖਿਓ ਆ ਰਿਲੀਜੀਅਸ ਰੋਡਾਂ ਦੇ। ਗ੍ਰੇਵਜਨ ਵਿੱਚ ਹੈਗਾ ਮੇਰੇ ਖਿਆਲ ਖਾਲਸਾ ਡਰਾਈਵ ਹੈਗਾ। ਸੋ ਇੱਕ ਹੋਰ ਕੈਨੇਡਾ ਵਿੱਚ ਵੀ ਜਗ੍ਹਾ ਹੈਗੀ, ਉਹਨਾਂ ਨੇ ਆਪਣਾ ਜੋ ਹੈਗੀ ਰੋਡ ਦਾ ਨਾਂ ਰੱਖਿਆ। ਇੱਕ ਚੀਜ਼ ਦਾ ਜੀ ਮੈਂ ਤੁਹਾਨੂੰ ਕੌਸ਼ਨ ਦੇ ਦਿੰਦਾ ਜੀ, ਇੱਕ ਚੀਜ਼ ਦਾ ਮੈਂ ਕੌਣ ਹੁੰਦਾ ਕੌਸ਼ਨ ਦੇਣ ਵਾਲਾ ਵੈਸੇ, ਬਟ ਮੈਂ ਫਿਰ ਵੀ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਹੈ। ਮੈਂ ਪਿਛਲੇ 16 ਸਾਲ ਤੋਂ ਹੈਵਲੌਕ ਰੋਡ 'ਤੇ ਹੀ ਹਾਂ। ਸੋ ਮੈਂ ਸਿੰਸ 2004 ਆਪਣਾ ਦਫ਼ਤਰ ਉੱਥੇ ਹੀ ਆ ਜਿੱਥੇ ਹੈਗਾ। ਮੇਰੀਆਂ ਪ੍ਰੋਪਰਟੀਆਂ ਵੀ ਆ ਹੈਵਲੌਕ ਰੋਡ 'ਤੇ, ਗੁਰੂ ਘਰ ਲੰਘ ਕੇ ਲੋਕਾਂ ਨੂੰ ਪਤਾ ਹੀ ਹੈ ਕਿ ਹਰਜਾਪ ਦੇ ਘਰ ਆ ਜੋ ਹੈਗੇ ਆ ਆਪਣੇ, ਉੱਥੇ ਹੈਗੇ ਆ। ਮੈਂ ਹੈਵਲੌਕ ਰੋਡ 'ਤੇ 8 ਘੰਟੇ ਦਿਹਾੜੀ ਦਾ ਆਪਣਾ ਹਿੱਸਾ ਗੁਜ਼ਾਰਦਾ ਹਾਂ। ਸੋ ਆਈਵ ਸਪੈਂਟ a third of my life from 2004 on Havelock Road, and a third of my life I spent sleeping. So really I've spent almost half of my life while I'm awake on Havelock Road. ਉਸ ਬਾਰੇ ਮੈਂ ਇਹ ਕਹਿ ਸਕਦਾ ਜੀ, ਅਸੀਂ ਬੜੇ ਲੱਕੀ ਹਾਂ ਕਿ ਸਾਡਾ ਦਫ਼ਤਰ ਉਸ ਰੋਡ 'ਤੇ ਹੈਗਾ ਜਿੱਥੇ ਗੁਰੂ ਘਰ ਹੈਗਾ, ਔਰ ਇੰਨਾ ਵਧੀਆ ਤੇ ਵੱਡਾ ਗੁਰੂ ਘਰ ਜਿਹਦੇ ਵਿੱਚ ਸਾਰੀ ਦੁਨੀਆ ਜਾਣਦੀ ਹੈਗੀ ਹੈ ਜੀ ਕਿ ਸਾਊਥ ਹਾਲ ਦਾ ਗੁਰਦੁਆਰਾ ਜੋ ਹੈਗਾ ਆ ਹੈਵਲੌਕ ਰੋਡ ਵਾਲਾ, ਉਹਦੇ ਵਿੱਚ ਆਪਾਂ ਬੜੀ ਖੁਸ਼ਕਿਸਮਤੀ ਸਮਝਦੇ ਹਾਂ ਜੀ। ਤੇ ਸ਼ਾਇਦ ਇਸੇ ਕਰਕੇ ਸਾਡੇ ਉੱਤੇ ਕਿਰਪਾ ਆ ਗੁਰੂ ਦੀ। ਕਿਰਪਾ ਗੁਰੂ ਤਾਂ ਐਕਚੁਅਲੀ ਕਿਰਪਾ ਗੁਰੂ ਦੀ ਤਾਂ ਸਾਰਿਆਂ ਦੀ ਆ, ਪਰ ਕੋਈ ਲੋਕ ਉਹਨੂੰ ਪਛਾਣਦੇ ਆ, ਕਈ ਲੋਕ ਨਹੀਂ ਪਛਾਣਦੇ। ਮੈਂ ਇਹ ਕਹੂੰਗਾ ਜੀ, ਜੋ ਆਪਾਂ ਦੇਖਦੇ ਹਾਂ ਰੋਜ਼ ਹੈਵਲੌਕ ਰੋਡ 'ਤੇ, ਸਾਡਾ ਫਰਜ਼ ਬਣਦਾ ਜੀ ਕਿ ਉਹਨੂੰ ਆਪਾਂ ਗੁਰੂ ਦੇ ਯੋਗ ਬਣਾਈਏ। ਜੇ ਹੁਣ ਅਸੀਂ ਸਾਡਾ ਜੋ ਗੁਰੂ ਹੈਗਾ ਜੀ, ਗੁਰੂ ਗ੍ਰੰਥ ਸਾਹਿਬ ਜੀ, ਉਹਨੂੰ ਕਿਤੇ ਜਗ੍ਹਾ 'ਚ ਰੱਖਣਾ ਆ, ਤਾਂ ਦੇਖੋ ਅਸੀਂ ਕਿੰਨਾ ਕੋਸ਼ਿਸ਼ ਕਰਦੇ ਕਿ ਸਭ ਸੁੱਚੀ ਤੋਂ ਉੱਚੀ ਜਗ੍ਹਾ ਹੋਵੇ ਜੀ ਉਹਨਾਂ ਲਈ, ਸਾਰੀ ਜਗ੍ਹਾ ਕਲੀਨ ਹੋਵੇ। ਜੇ ਅਸੀਂ ਕਿਤੇ ਗੁਰੂ ਮਹਾਰਾਜ ਨੂੰ ਘਰ ਲਿਆਉਣਾ ਹੋਵੇ ਤਾਂ ਕਿੰਨਾ ਕਲੀਨ ਸਫਾਈ ਰੱਖੀ ਦੀ ਆ। ਆਪਾਂ ਇਹੀ ਕੋਸ਼ਿਸ਼ ਕਰੀਏ ਕਿ ਉਹ ਰੋਡ ਨੂੰ ਕਲੀਨ ਰੱਖੀਏ। ਸੋ ਮਸੀਹ 18 ਸਾਲ ਤੋਂ ਬਾਅਦ ਜੋ ਹੈਗਾ ਪ੍ਰਸਤਾਵ ਰੱਖਣ ਤੋਂ, ਤਾਂ ਹੁਣ ਗੱਲ ਸ਼ਾਇਦ ਸਿਰੇ ਚੜ੍ਹਨ ਲੱਗੀ ਆ। ਬਟ ਜੇ ਤੁਸੀਂ ਉਹ ਰੋਡ 'ਤੇ ਤੁਰੋਗੇ ਜੀ, ਅਤੇ ਤੁਹਾਨੂੰ ਸ਼ਰਾਬੀ ਮਿਲੂਗੇ ਜੀ, ਨਸ਼ੇੜੀ ਮਿਲੂਗੇ ਜੀ। ਫਲੋਰ 'ਤੇ ਉੱਥੇ ਸੂਈਆਂ ਹੁੰਦੀਆਂ ਟੀਕਿਆਂ ਦੀਆਂ, ਜਿੱਥੇ ਨਸ਼ੇੜੀ ਲਾਉਂਦੇ ਆ। 20 ਦੇ ਡੱਬੇ ਤਾਂ ਆਮ ਹੀ ਆ ਜੋ ਹੁੰਦੇ ਆ। ਹੋਰ ਵੀ ਬਹੁਤ ਕੁਛ ਹੈਗਾ ਜੋ ਨਹੀਂ ਹੋਣਾ ਚਾਹੀਦਾ। ਇੱਕ ਐਲੀ ਹੁੰਦੀ ਸੀ ਜੀ ਹੈਵਲੌਕ ਰੋਡ ਤੋਂ ਲੈ ਕੇ ਹੈਮੰਡ ਰੋਡ ਤੱਕ, ਬਣਾਈ ਗਈ ਸਹੂਲਤ ਲਈ ਕਿ ਜਿਹੜੇ ਸਿਆਣੇ ਲੋਕ ਆ ਉੱਧਰੋਂ ਆ ਸਕਦੇ ਆ, ਔਰਤਾਂ ਜਾ ਸਕਦੀਆਂ। ਉਹ ਬੰਦ ਕਰਨੀ ਪਈ ਕੁਛ ਸਾਲ ਪਹਿਲੇ, ਕਿਉਂਕਿ ਉੱਥੇ ਇੱਕ ਤਾਂ ਡਰੱਗ ਦਾ ਅਬਿਊਜ਼ ਹੁੰਦਾ ਸੀ, ਇੱਕ ਦਾਰੂ ਪੀ ਕੇ ਔਰਤਾਂ ਨੂੰ ਛੇੜਿਆ ਜਾਂਦਾ ਸੀ ਉਹਦੇ ਵਿੱਚ। ਸੋ ਹਿਫਾਜ਼ਤ ਲਈ ਜੀ ਉਹ ਬੰਦ ਕੀਤੀ ਗਈ, ਕਿਉਂਕਿ there was no way to get the alcoholics and drug abusers off the road. ਔਰ ਇਹ ਸਾਰਾ ਜੀ ਗੁਰੂ ਘਰ ਦੇ ਨਾਲ ਹੋ ਰਿਹਾ ਜੋ ਹੋ ਰਿਹਾ। ਸਾਡਾ ਫਰਜ਼ ਬਣਦਾ ਜੀ ਕਿ ਇਸ ਰੋਡ ਨੂੰ, ਮੈਂ ਹੁਣ ਕਿਸੇ ਨੂੰ ਗਲਤ ਨਹੀਂ ਕਹਿਣਾ, ਜਿਨ੍ਹਾਂ ਨੇ ਨਸ਼ੇ ਕਰਨਾ ਕਰੋ, ਜਿਨ੍ਹਾਂ ਨੇ ਦਾਰੂ ਪੀਣੀ ਪੀਓ, ਆਪਣੇ ਘਰਾਂ 'ਚ ਬਹਿ ਕੇ ਜੋ ਮਰਜ਼ੀ ਕਰੋ, ਪਰ ਇੱਕ ਇੱਦਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਗੁਰੂ ਘਰ ਦੇ ਵੱਲ ਜਿੱਥੇ ਔਰਤਾਂ ਨੂੰ ਤੁਰਦਿਆਂ ਨੂੰ
ਡਰ ਲੱਗਦਾ ਹੋਵੇ, ਜਿੱਥੇ ਤੁਸੀਂ ਆਪਣੇ ਬੱਚੇ ਨਾਲ ਤੁਰ ਨਹੀਂ ਸਕਦੇ ਕਿਉਂਕਿ ਤੁਹਾਨੂੰ ਡਰ ਆ ਕਿ ਸਾਡਾ ਬੱਚਾ ਦੇਖ ਨਾ ਲਵੇ ਫਲੋਰ 'ਤੇ ਬੀਰ ਦਾ ਡੱਬਾ ਜਾਂ ਸੂਈ ਪਈ ਆ ਤਾਂ ਪੁੱਛੇ ਨਾ ਕਿ ਡੈਡੀ ਆਹ ਕਾਹਦੇ ਲਈ ਆ, ਜਾਂ ਉੱਥੇ ਲੋਕ ਬਿਲਕੁਲ ਜੋ ਹੋਸ਼ ਹੈ ਨਹੀਂ ਉਹ ਫਿਰਦੇ ਹੋਣ, ਬੜਕਾਂ ਮਾਰਦੇ ਹੋਣ, ਲਲਕਾਰੇ ਮਾਰਦੇ ਹੋਣ, ਤਾਂ ਉਹ ਕਿਸੇ ਚੀਜ਼ ਨੂੰ ਸ਼ੋਭਾ ਨਹੀਂ ਦਿੰਦਾ, ਖਾਸ ਤੌਰ 'ਤੇ ਇੱਕ ਰੋਡ 'ਤੇ ਜੋ ਅਸੀਂ ਗੁਰੂ ਦੇ ਨਾਂ 'ਤੇ ਰੱਖਣੀ ਆ। ਸੋ ਮੈਂ ਜੋ ਕਹਿਣਾ ਹੈ ਕਿ ਜੀ ਜਿੱਥੇ ਸੇਵਾ ਲੋਕਾਂ ਨੇ ਇਹ ਵੀ ਕੀਤੀ ਹੋਈ, ਗੁਰੂ ਘਰ ਦੀ ਸੇਵਾ ਕਰਦੇ ਆ, ਆਪਣੀ ਜੋ ਸੇਵਾ ਆ ਨਾ ਤੁਸੀਂ ਉਹ ਜੇ ਤੁਸੀਂ ਗੁਰੂ ਘਰ ਤੱਕ ਸੀਮਿਤ ਰਹੋਗੇ ਤਾਂ ਤੁਸੀਂ ਦੇਖੋ ਕਿ ਆਲੇ ਦੁਆਲੇ ਦਾ ਇਲਾਕਾ ਜਿਹਨੂੰ ਅਸੀਂ ਆਪਣੀ ਗੁਰੂ ਦਾ ਨਾਂ ਦੇਣਾ ਹੈ ਰੋਡ ਨੂੰ, ਉਹ ਵੀ ਤੁਸੀਂ ਸਾਫ਼ ਰੱਖਣ ਦਾ, ਕਲੀਅਰ ਰੱਖਣ ਦਾ ਤੁਹਾਡਾ ਫਰਜ਼ ਬਣਦਾ ਹੈ। ਤੇ ਜੇ ਇਹ ਲੋਕ ਨਹੀਂ ਹਟਦੇ, ਜਿੰਨੇ ਵੀ ਦਾਰੂ ਪੀਣ ਵਾਲੇ ਨਸ਼ੇੜੀ ਆ, ਤੇ ਇਹਨਾਂ ਦੀ ਫਿਰ ਮਦਦ ਕਰੋ, ਇਹਨਾਂ ਨੂੰ ਸਮਝਾਓ ਕਿ ਵੀਰੋ ਆਪਣੇ ਘਰਾਂ 'ਚ ਆ ਕੇ ਕਰੋ, ਗੁਰੂ ਘਰ ਦੇ ਕੋਲ ਬਹਿ ਕੇ ਇਹ ਚੀਜ਼ਾਂ ਕਰਨੀਆਂ ਅੱਛੀਆਂ ਨਹੀਂ। ਉਹ ਸੈਮਟਰੀ ਜੋ ਕਬਰਾਂ ਹੈਗੀਆਂ ਗੁਰੂ ਘਰ ਦੇ ਸਾਹਮਣੇ, ਉੱਥੇ ਬਹੁਤ ਮਸ਼ਹੂਰ ਹੈ ਜੀ ਕਿ ਉੱਥੇ ਨਸ਼ੇੜੀ ਹੁੰਦੇ ਆ ਅਤੇ ਉੱਥੇ ਸ਼ਰਾਬੀ ਹੁੰਦੇ ਆ। ਕੱਲ੍ਹ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ, ਉਹਦੇ ਵਿੱਚ ਕਹਿੰਦੇ ਸੀ ਨਹੀਂ ਜੀ ਇਹ ਤਾਂ ਐਵੇਂ ਹੀ ਗੱਲਾਂ ਆ, ਇਹਦੇ ਵਿੱਚ ਕੀ ਆ, ਫਿਰ ਕੀ ਹੋ ਗਿਆ, ਹੁਣ ਇਹ ਚੀਜ਼ਾਂ ਨੂੰ ਥੋੜ੍ਹੀ ਰੋਕ ਸਕਦੇ ਆ। ਜੇ ਤੁਸੀਂ ਸਿੱਖ ਹੋ ਜੀ ਸੱਚੇ, ਤਾਂ ਤੁਹਾਡਾ ਫਰਜ਼ ਹੈ ਜੀ ਕਿ ਜਿੱਥੇ ਵੀ ਤੁਸੀਂ ਆਪਣਾ ਗੁਰੂ ਰੱਖਣਾ ਹੈ ਜੀ ਉਹ ਜਗ੍ਹਾ ਕਲੀਨ ਹੋਵੇ, ਇੰਨੀ ਕੁ ਤਾਂ ਚਾਹੀਦੀ ਹੈ ਨਾ। ਜੇ ਤੁਸੀਂ ਆਪਣੇ ਡੈਡੀ ਦੇ ਨਾਂ 'ਤੇ ਰੋਡ ਹੋਵੇ ਤੁਹਾਡੇ 'ਤੇ, ਫਰਜ਼ ਕਰੋ ਜੀ ਪ੍ਰੀਤਮ ਸਿੰਘ ਰੋਡ ਆ, ਸੁੱਚਾ ਸਿੰਘ ਰੋਡ ਆ, ਤਾਂ ਉੱਥੇ ਜੀ ਨਸ਼ੇੜੀ ਹੋਣ, ਸ਼ਰਾਬੀ ਹੋਣ, ਤੇ ਧੰਦਾ ਚੱਲੇ ਔਰਤਾਂ ਦਾ, ਤੇ ਤੁਸੀਂ ਕਿੱਦਾਂ ਫੀਲ ਕਰੋਗੇ? ਤੁਸੀਂ ਇਹ ਨਹੀਂ ਮੰਨੋਗੇ ਕਿ ਸਾਡੀ ਡੈਡੀ ਦੀ ਤੋਹੀਨ ਹੋ ਰਹੀ ਹੈ ਕਿਸਮ ਦੀ, ਕਿ ਸਾਡੇ ਡੈਡੀ ਦੇ ਯੋਗ ਨਹੀਂ ਸੀ, ਕਿ ਯਾਰ ਆ ਕੀ ਹੋ ਗਿਆ, ਡੈਡੀ ਦੇ ਨਾਂ ਦੇ ਰੋਡ ਰੱਖੀ, ਇੱਥੇ ਆ ਹੋਣ ਡਿਆ। ਤੁਸੀਂ ਆਪਣੇ ਪੱਖੋਂ ਤਾਂ ਕੋਸ਼ਿਸ਼ ਕਰੋਗੇ। ਤੁਹਾਡਾ ਜੋ ਪਰਮ ਪਿਤਾ ਆ ਨਾ ਉਹ ਗੁਰੂ ਆ, ਸਾਡੇ ਗੁਰੂ ਮਹਾਰਾਜ ਸਾਡੇ ਅਸਲੀ ਡੈਡੀ ਆ, ਅਸਲੀ ਪਿਤਾ ਆ ਸਾਡੇ। So if we would do that for our dads, then what should we be doing for our Supreme Father? ਸਾਡਾ ਫਰਜ਼ ਬਣਦਾ। ਔਰ ਮੈਂ ਸਿਆਣਿਆਂ ਤੋਂ ਚਲੋ ਇਸ ਚੀਜ਼ ਦਾ ਕੋਈ ਆਸ ਨਹੀਂ ਰੱਖਦਾ, ਨਾ ਹੀ ਮੈਂ ਕਮੇਟੀ ਵਾਲਿਆਂ ਤੋਂ ਇਸ ਚੀਜ਼ ਦੀ ਆਸ ਰੱਖਦਾ, ਕਿ ਪਿਛਲੇ 20 ਸਾਲ ਤੋਂ ਦੇਖਦੇ ਹੀ ਆ ਰਹੇ ਹਾਂ ਕਿ ਇਸ ਸਿਚੁਏਸ਼ਨ ਨੂੰ ਹੱਲ ਨਹੀਂ ਕੀਤਾ ਗਿਆ। ਪਰ ਮੈਂ ਜਿੰਨੇ ਯੂਥ ਹੈਗੇ, ਯੰਗਸਟਰਸ ਹੈਗੇ ਆ, ਉਹ ਸਿੱਖ ਆਰਗੇਨਾਈਜੇਸ਼ਨਸ ਹੈਗੇ ਆ, ਉਹਨਾਂ ਨੂੰ ਕਹਿ ਸਕਦਾ, ਲੋਕ, ਇਫ ਯੂ ਵਾਂਟ ਟੂ ਡੂ ਸਮ ਸੇਵਾ, can we just make sure that the name which is named after our Guru, can we just clean that up a little bit? Can we just make sure that's clean and that these people are helped? And I know gay organisation SWAT is an organisation which helps the homeless, but ਇਹ ਕੋਸ਼ਿਸ਼ ਜ਼ਰੂਰ ਕੀਤੀ ਹੋਣੀ ਚਾਹੀਦੀ ਹੈ ਜੀ, ਕਿ ਸਾਡਾ ਫਰਜ਼ ਬਣਦਾ ਕਿ ਜਿੱਥੇ ਵੀ ਅਸੀਂ ਸਾਡਾ ਗੁਰੂ ਹੋਵੇ ਉਹ ਕਲੀਅਰ ਹੋਵੇ, ਉਹ ਕਲੀਨ ਹੋਵੇ, ਤਾਂ ਕਿ ਸਾਡਾ ਰੈਪੂਟੇਸ਼ਨ ਬਣਿਆ ਰਹੇ ਜੀ। ਅਸੀਂ ਨਹੀਂ ਚਾਹੁੰਦੇ ਕਿ ਕੋਈ ਗਲਤ ਕੰਮ ਸਾਡੇ ਗੁਰੂ ਵਾਲੇ ਰੋਡ ਦੇ ਨਾਂ 'ਤੇ ਹੋਵੇ। ਤੁਸੀਂ ਗ੍ਰੇਵਜ਼ੰਡ ਚੱਲੋ ਜੀ, ਖਾਲਸਾ ਡਰਾਈਵ 'ਤੇ, ਉੱਥੇ ਕੋਈ ਨਸ਼ੇੜੀ ਨਹੀਂ, ਕੋਈ ਸਮੈਕੀਆ ਨਹੀਂ, ਕੋਈ ਨਹੀਂ ਦਾਰੂ ਪੀ ਰਿਹਾ ਉੱਥੇ। ਨਾਈਸ ਪ੍ਰਾਈਵੇਟ ਰੋਡ ਆ, ਕਲੀਨ ਰੋਡ ਆ, ਉੱਥੇ ਕੋਈ ਗਲਤ ਕੰਮ ਨਹੀਂ ਹੁੰਦਾ। ਸੋ ਜੇ if we're going to follow examples, let's live up to the people who are doing the good examples. ਮੇਰਾ ਇੰਨਾ ਕੀ ਕਹਿਣਾ ਸੀਗਾ, ਮੈਂ ਕਹਿਣਾ ਚਾਹੁੰਦਾ, ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਖੁਦ ਉਸ ਰੂਟ 'ਤੇ ਹੁੰਦਾ, and I spent half of my waking life on that road. ਸੋ ਮੈਂ ਇਹੀ ਕਹੂੰਗਾ ਜੀ, ਹੁਣ ਇਹ ਚਾਂਸ ਹੋਣ ਲੱਗਾ, ਇਹ ਕੰਮ ਬਹੁਤ ਵਧੀਆ ਹੈ ਜੀ। I can't think of anyone better than to name that road after than Guru Nanak Dev Ji. ਬਾਕੀ ਜੀ ਮੈਂ ਇਹ ਵੀ ਬੇਨਤੀ ਕਰੂੰਗਾ ਜੀ, ਜੇ ਰੋਡ ਦਾ ਨਾਂ ਰੱਖਣਾ ਹੈ ਜੀ ਤਾਂ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਡ ਰੱਖੋ। ਗੁਰੂ ਨਾਨਕ ਰੋਡ ਕੋਈ ਜੱਚਦੀ ਨਹੀਂ ਗੱਲ ਹੈ ਨਾ। ਜੋ ਉਹਨਾਂ ਦਾ ਨਾਂ ਹੈ, ਜੋ ਉਹਨਾਂ ਦਾ ਅਹੁਦਾ ਆ, ਉਹ ਉਹਨਾਂ ਨੂੰ ਮਿਲਣਾ ਚਾਹੀਦਾ। ਸਾਡਾ ਫਰਜ਼ ਬਣਦਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਡ ਜੇ ਰੱਖਣੀ ਆ ਤਾਂ ਰੱਖੋ ਜੀ। ਜਿਸ ਤਰ੍ਹਾਂ ਇੰਡੀਆ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਹੁੰਦਾ ਹੈ, and you get these, ਤਾਂ ਫੁੱਲ ਨਾਮ ਰੱਖਣਾ ਚਾਹੀਦਾ ਜੀ। ਸੋ ਇਹਦੇ ਬਾਰੇ ਤੁਸੀਂ ਮੇਰੇ ਵਿਚਾਰ ਤਾਂ ਸੁਣ ਲਏ ਜੀ ਨਿੱਜੀ, ਅਤੇ ਮੈਂ ਬਹੁਤ ਵਧਾਈ ਦਿੰਦਾ ਜੀ ਕਾਉਂਸਲਰ ਰਜਿੰਦਰ ਮਾਨ ਨੂੰ, ਡਾਕਟਰ ਓਂਕਾਰ ਸਹੋਤਾ ਨੂੰ, ਅਤੇ ਬਾਕੀ ਕਾਉਂਸਲਰ ਸਾਊਥ ਹਾਲ ਦੇ ਨੂੰ, ਜਿਨ੍ਹਾਂ ਨੇ ਇਹ ਚੀਜ਼ ਦਾ ਕੋਸ਼ਿਸ਼ ਕੀਤੀ ਜੀ ਕਿ ਇਹਨੂੰ ਪੁਸ਼ ਕੀਤਾ ਜਾਵੇ। ਮੈਂ ਇਹ ਵੀ ਨੋਟ ਕੀਤਾ ਜੀ ਕਿ ਹੁਣ ਸ਼ੋਭਾ ਲੈਣ ਲਈ ਬਹੁਤ ਬੰਦੇ ਆ ਗਏ ਮੋਹਰੇ, ਬੱਲੇ ਬੱਲੇ ਕਰਾਉਣ ਲਈ।
ਜਿਹੜੇ ਬੰਦੇ ਮੈਂ ਦੇਖੇ ਨਾ ਹੁਣ ਬੱਲੇ ਬੱਲੇ ਲੈਂਦੇ ਟੀਵੀ ਤੇ, ਉਹਨਾਂ ਹੀ ਤੋਂ ਮੈਂ ਕੂੜਾ ਚੁਕਾਉਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਡ ਤੇ। ਉਹਨਾਂ ਨੂੰ ਹੀ ਨੀਡਲ ਚੱਕਣੇ ਪੈਣੇ। ਜਦੋਂ ਸਫਾਈ ਦੀ ਗੱਲ ਕਰਦੇ ਆ ਜੀ ਕੋਈ ਲੱਗੇ ਨਹੀਂ ਆਉਂਦਾ। ਸੋ ਆਹ ਦੇਖ ਲਓ ਹੁਣ, ਠੀਕ ਹੈ ਜੀ। ਪਰ ਮੈਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ, ਸ਼੍ਰੀ ਰਜਿੰਦਰ ਮਾਨ ਜੀ ਨੇ, ਉਹਨਾਂ ਦੀ ਵਾਈਫ ਨੇ, ਡਾਕਟਰ ਓਂਕਾਰ ਸਹੋਤਾ, ਬਾਕੀ ਈਲਿੰਗ ਦੇ ਕੌਂਸਲਰ ਨੇ, ਸਾਡੇ ਵਰਿੰਦਰ ਜੀ ਨੇ, ਪਰ ਜਿਨ੍ਹਾਂ ਨੇ ਕੀਤੀ ਹੈ, ਸੋ ਉਹਨਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਜੀ। ਬਹੁਤ ਵਧੀਆ ਕੰਮ ਹੋਣ ਲੱਗਾ। ਬਟ ਹਲੇ ਇੱਕ ਪ੍ਰਸਤਾਵ ਆ, ਜੋ ਉਹ ਰੋਡ ਦੇ ਰੈਜ਼ੀਡੈਂਟ ਕਹੂਗੇ ਉਸ ਹਿਸਾਬ ਨਾਲ ਚੱਲਣਾ। ਪਰ ਆਪਣੀਆਂ ਤਾਂ ਵੋਟਾਂ ਜਿੰਨੀਆਂ ਹੈਗੀਆਂ ਜੀ, ਮੇਰੇ ਤਾਂ 5 ਕੰਸਲਟੇਸ਼ਨ ਆ ਉਸ ਰੋਡ ਤੇ, 4 ਘਰ ਆ, 1 ਦਫ਼ਤਰ ਆ। ਆਪਾਂ ਤਾਂ ਸਾਰੇ ਹੱਕ 'ਚ ਹੀ ਆ ਮੈਂ ਕਹਿ ਦਿੰਦਾ ਪਹਿਲਾਂ ਹੀ। ਆਪਾਂ ਤਾਂ ਪਹਿਲਾਂ ਹੀ ਹਾਂ ਕਹਿੰਦੇ ਹਾਂ। ਔਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਅਤਿਆਚਾਰੀ ਦਾ ਨਾਂ ਉਠਾ ਕੇ ਰੋਡ 'ਤੇ ਜਿਨ੍ਹਾਂ ਨੇ ਸਾਡੇ ਇੰਨੇ ਇੰਡੀਅਨ ਭੈਣ ਭਰਾ ਮਾਰੇ ਆ ਅਤੇ ਬਹੁਤ ਬੱਚਿਆਂ ਨੂੰ ਅਨਾਥ ਕੀਤਾ, ਉਹਦਾ ਨਾਂ ਉਠਾ ਕੇ ਆਪਣਾ ਅਸੀਂ ਸਾਡੇ ਪਰਮ ਗੁਰੂ ਜੋ ਹੈਗੇ ਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ, ਅਤੇ ਉਹਨਾਂ ਦੇ ਮਗਰ ਰੋਡ ਦਾ ਨਾਂ ਰੱਖਿਆ ਜਾਏਗਾ। ਬਹੁਤ ਬਹੁਤ ਵਧਾਈ ਜੀ ਹੋਵੇ ਜੀ ਸੰਗਤਾਂ ਨੂੰ। ਪਹਿਲੀ ਅਰਦਾਸ ਤੁਹਾਡੀ ਸਰਬੱਤ ਤੋਂ ਭਲਾ ਤੋਂ ਬਾਅਦ ਦੀ ਅਰਦਾਸ ਇਹ ਹੋਣੀ ਚਾਹੀਦੀ ਹੈ ਕਿ ਰੱਬਾ ਆਹ ਕੰਮ ਸਿਰੇ ਚੜ੍ਹਾ ਦੇ, ਤਾਂ ਦੂਜੀ ਅਰਦਾਸ ਉਸ ਤੋਂ ਬਾਅਦ ਹੋਣੀ ਚਾਹੀਦੀ ਹੈ ਕਿ ਰੱਬਾ ਤੁਹਾਡਾ ਜਿਹੜਾ ਸਥਾਨ ਆ, ਜਿਹੜੀ ਰੋਡ ਆ, ਉਹ ਸਾਫ਼ ਰਹੇ, ਇਲਾਕਾ ਹੀ ਸੇਫ ਰੱਖੋ। ਮੈਂ ਤਾਂ ਕਹਿੰਦਾ ਪੂਰੇ ਸਾਊਥ ਹਾਲ ਨੂੰ ਇੱਕ ਰੋਡ ਕਿਉਂ ਰੱਖੀਏ ਸੇਫ? ਅਸੀਂ ਸਾਰੇ ਰੋਡਾਂ ਨੂੰ ਸਾਊਥ ਹਾਲ ਕਲੀਨ ਬਣਾ ਲਈਏ। ਬਣਾ ਸਕਦੇ ਹਾਂ ਜੇ ਅਸੀਂ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਆਪਣੇ ਘਰਾਂ ਨੂੰ ਸਿਰਫ ਸਾਫ਼ ਰੱਖਦੇ ਹਾਂ, ਫਿਰ ਬਾਕੀ ਇਲਾਕੇ ਨੂੰ ਕੌਣ ਸਾਫ਼ ਰੱਖੂਗਾ? ਇਹ ਤਾਂ ਉਹ ਗੱਲ ਹੋ ਗਈ, ਮੈਂ ਆਪਣਾ ਘਰ ਸਾਫ਼ ਹੋਵੇ, ਪਿੰਡ ਦੀਆਂ ਗਲੀਆਂ 'ਚ ਭਾਵੇਂ ਕੂੜਾ ਰੱਖਿਆ ਹੋਵੇ, ਗੰਦ ਪੈ ਜਾਵੇ। ਪਿੰਡ ਵੀ ਉਹ ਤੁਹਾਡਾ ਆਪਣਾ ਹੀ ਆ, ਸਾਊਥ ਹਾਲ ਵੀ ਆਪਣਾ ਹੀ ਆ ਜੀ। ਪੁਰਾਣਾ ਹੋਵੇ, ਨਵਾਂ ਹੋਵੇ, ਹੋਰ ਰੋਡ ਹੋਵੇ, ਉਹ ਵੀ ਆਪਣੀ ਹੀ ਆ, ਆਪਣੇ ਸ਼ਹਿਰ 'ਚ ਹੀ ਬੋਲਦੀ ਆ। ਸੋ ਸਾਰੇ ਆਪਣੇ ਇਲਾਕੇ ਨੂੰ ਸਫਾਈ ਰੱਖੋ। ਉਹਦੇ 'ਚ ਖਾਸ ਤੌਰ 'ਤੇ ਅੱਜ ਦੇ ਟਾਈਮ ਵਿੱਚ ਜਿੱਥੇ ਜੇ ਤੁਸੀਂ ਨਾ ਸਫਾਈ ਰੱਖੋਗੇ ਤਾਂ ਕੋਵਿਡ ਦਾ ਖਤਰਾ, ਤਾਂ ਉਹਦੇ 'ਚ ਮੌਤ ਦਾ ਖਤਰਾ ਹੈ। ਮੇਰੇ ਵੱਲੋਂ ਫਿਲਹਾਲ ਹੈ ਨਾ, ਮੈਂ ਬ੍ਰੇਕ ਵੱਲ ਜਾਣਾ ਅਤੇ ਬਾਅਦ 'ਚ ਤੁਹਾਨੂੰ ਮਿਲੂੰਗਾ ਬ੍ਰੇਕ ਤੋਂ ਬਾਅਦ। Air India introduces additional flights from London Heathrow to Mumbai and a new direct flight from London Stansted to Mumbai from 14th February 2020. Fly in luxury on Air India Dreamliner with extra legroom in economy and flat beds in business class. For attractive fares, contact your travel agent now or visit airindia.in. कोरोना ने घर पे बिठाया, लेकिन हमने किया जुगाड़। और भाई आपके मन की बात, हमारे दिल की बात, कुछ यहाँ की बातें, कुछ वहां की बातें, कुछ उसकी बातें, कुछ इसकी बातें, और बना प्रोग्राम जो आपने किया पसंद। याद रखें, दोपहर 2:30 बजे से 4:30 बजे तक MATV, आप और हम, मेरे साथ यानी राम भट्ट के साथ। The Akshay Patra Foundation has taken on a massive initiative to make sure that millions of people receive a freshly prepared plate of food. We are now serving over 1 million families, children, daily wage earners, migrant labor, and generally people who are deprived of a basic plate of food. We just do not want anyone to go to bed hungry. Please join us in this massive endeavor. This is a fantastic opportunity for all of us to come together and help millions. Every little penny that you donate will make a massive difference to hundreds of people. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ। ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ। ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ। ਔਰ ਇੱਦਾਂ ਸੱਚ ਦੀ ਆਵਾਜ਼ 'ਤੇ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हेस्टन हाइड वेस्ट लंदन के सबसे शानदार होटल्स में से एक, with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ Heston Hyde. For bookings, call 0208 572 1818. ਮੈਂ ਤੁਹਾਡਾ ਹਰਜਾਪ ਸਾਰਿਆਂ ਨੂੰ ਜੀ ਮੇਰੇ ਵੱਲੋਂ ਸਵਾਗਤ ਹੈ। ਵੈਲਕਮ ਬੈਕ ਟੂ ਦ ਸ਼ੋ। ਫੋਨ ਲਾਈਨਾਂ ਵੀ ਖੋਲਾਂਗੇ 10 ਕੁ ਮਿੰਟਾਂ 'ਚ, ਸੋ ਨੋ ਪ੍ਰੋਬਲਮ ਜੀ। ਫੋਨ ਲਾਈਨਾਂ ਖੋਲਾਂਗੇ, ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ, ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਪਹਿਲਾਂ ਤੁਹਾਡੇ ਮੈਸੇਜ ਪੜ੍ਹ ਦਈਏ ਜੀ। ਐਨੀਬੋਡੀ ਵਾਂਟਸ ਮੀ ਟੂ ਰੀਡ ਆਊਟ ਅ ਮੈਸੇਜ, ਪਲੀਜ਼ Facebook message me or WhatsApp me now. Don't do it 10 minutes left to the show, because otherwise I'm not going to be able to read it out. So let's start from last week's messages first. Last week the message बहुत पहला तो वही नहीं हुआ जी। Right, Polly ਦਾ message ਆਇਆ ਸੀ last week। Polly ਕਹਿੰਦਾ, can you please wish Bill a happy 60th birthday? So हाँ जी बिल, हैप्पी 60th birthday जी मेरे वालों। hopefully you're watching. Let's see anybody else who sent a message देखो हम किना दा आया। Manj Baines दा मैसेज आया, hi, watching your show today on time today, please wish my mum happy birthday today. अवतार कौल जॉल जी ਤੁਹਾਡਾ ਬਹੁਤ हैप्पी birthday ਤੁਹਾਨੂੰ ਹੋਵੇ, good luck ਹੋਵੇ ਤੈਨੂੰ ਜਿੱਦਾਂ ਸਾਨੂੰ ਤੁਹਾਡੇ ਕਹਿੰਦੇ ਹੁੰਦੇ ਆ ਕਮਿਊਨਿਟੀ। ਕੀਪ ਅਪ ਦ ਗੁੱਡ ਸ਼ੋ ਐਂਡ ਗ੍ਰੇਟ ਐਡਵਾਈਸ। ਥੈਂਕ ਯੂ ਜੀ, ਥੈਂਕ ਯੂ। ਦਿਨੇਸ਼ ਕੁਮਾਰ ਦਾ ਮੈਸੇਜ ਆਇਆ, ਹੈਲੋ ਭਾਜੀ, ਨਾਈਸ ਟੂ ਸੀ ਯੂ, ਲਵਲੀ ਬੈਕਗਰਾਊਂਡ। ਆਹ ਦੇਖੋ ਕਿਤਾਬੀ ਬਣਾਤਾ, ਕਿਤਾਬੀ ਕੀੜਾ। ਹਾਂ ਇਹ ਤਾਂ ਬਟ ਟੱਚ ਨਹੀਂ ਕਰਨੀ ਚੇਤਾ, ਐਡਵਾਈਸ ਕੀ ਲਿਖਿਆ ਸੀ। ਦਿਸ ਇਜ਼ ਦ ਬੈਸਟ ਸ਼ੋ ਭਾਜੀ, ਥੈਂਕ ਯੂ ਫਰੋਮ ਦਿਨੇਸ਼ ਕੁਮਾਰ। ਥੈਂਕ ਯੂ ਦਿਨੇਸ਼ ਜੀ। ਸਤਿ ਸ਼੍ਰੀ ਅਕਾਲ ਭਾਜੀ, ਆਈ ਲਾਈਕ ਯੂਰ ਪ੍ਰੋਗਰਾਮ ਟੁਡੇ, ਬੈਕਗਰਾਊਂਡ ਵਾਲਪੇਪਰ ਲੁਕਿੰਗ ਨਾਈਸ, ਗੋਡ ਬਲੈਸ ਯੂ ਐਂਡ ਯੋਰ ਫੈਮਿਲੀ। Michael from Coventry, thank you very much Michael. Rajesh da message aaya, hi Harjap, please can you wish my dad Ginderpal Chandar a very happy 70th birthday from Rajesh, Jaswinder, Nisha, Rohan and Bani. So ji Ginderpal Chandar ji बहुत बहुत थानू 70वां बरसे मुबारक होवे जी। ਇੱਕ ਜੀ ਮੈਸੇਜ ਆਇਆ, ਭਾਜੀ ਪਟੀਸ਼ਨ ਸਾਨੂੰ ਭੇਜੀ ਗਈ ਕਿ ਜੀ ਗੌਰਮੈਂਟ ਸਿਟੀਜ਼ਨਸ਼ਿਪ ਦੇਵੇ ਯੂਕੇ ਨੂੰ ਕੋਵਿਡ ਜੁੜੇ, ਇਹ ਸਹੀ ਆ ਜਾਂ ਨਹੀਂ? ਦੇਖੋ ਜੀ, ਪਟੀਸ਼ਨ ਜਿਹੜੀ ਤੁਸੀਂ ਭੇਜੀ ਜਾਂਦੇ ਆ, ਪਟੀਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਗਵਰਨਮੈਂਟ ਤੋਂ ਅਰਜ਼ ਕਰ ਰਹੇ ਆ। ਉਹਦਾ ਮਤਲਬ ਇਹ ਨਹੀਂ ਕਿ ਗਵਰਨਮੈਂਟ ਨੇ ਮੰਨ ਲਿਆ ਜਾਂ ਲਾਅ ਬਣ ਗਿਆ ਉਹਦਾ। ਉਹ ਤਾਂ ਮੈਂ ਕੱਲ੍ਹ ਨੂੰ ਪਟੀਸ਼ਨ ਕਰ ਲਵਾਂ ਜੀ, ਕਿ ਪਟੀਸ਼ਨ ਕਹਾਂ ਕਿ ਮੇਰੀ ਲੋਟਰੀ ਨਿਕਲਣੀ ਚਾਹੀਦੀ ਆ, ਕਿ ਗੌਰਮੈਂਟ ਨੂੰ ਮੇਰੇ ਨੰਬਰ ਜ਼ਰੂਰ ਪਹੁੰਚਾਉਣੇ ਚਾਹੀਦੇ ਆ ਲੋਟਰੀ ਦੇ ਵਿੱਚ। ਉਹ ਹੁਣ ਪਟੀਸ਼ਨ ਤਾਂ ਕਿਸੇ ਚੀਜ਼ ਦੀ ਵੀ ਹੋ ਸਕਦੀ ਆ, ਪਰ ਇਹ ਕਾਨੂੰਨ ਨਹੀਂ ਹੁੰਦਾ ਜੀ। ਅੱਗੇ ਪਟੀਸ਼ਨਾਂ ਬਹੁਤ ਹੋਈਆਂ ਜੀ ਇੱਦਾਂ, ਅਤੇ ਮੇਰੀ ਇਹੀ ਸਲਾਹ ਹੈ ਕਿ ਤੁਸੀਂ ਇੱਕ ਦੂਜੇ ਨੂੰ ਲਾਰੇ ਨਾ ਲਾਓ, ਝੂਠੇ ਲਾਰੇ ਨਾ ਲਾਓ। ਔਰ ਉਹ ਆਪਣੇ ਲੋਕ ਹਰ ਸਾਲ ਕਰਦੇ ਆ। ਮੈਂ ਤੁਹਾਨੂੰ ਪਿਛਲੇ ਜੋ ਹੈਗਾ ਆ 5-6 ਸਾਲ ਦਾ ਉਦਾਹਰਨ ਦੇ ਦਿੰਦਾ। ਉਹ ਜੀ ਓਲੰਪਿਕ ਆ ਗਏ ਪੱਕੇ ਕਰ ਦੇਣੇ ਗੌਰਮੈਂਟ ਨੂੰ, ਕਿ ਓਲੰਪਿਕ ਤਾਂ ਪੱਕੇ ਨਾਲ ਕੀ ਮਤਲਬ ਆ, ਹੋਏ ਪੱਕੇ ਓਲੰਪਿਕ 'ਚ ਕੋਈ ਨਹੀਂ ਜੀ। ਉਹ ਜੀ ਕ੍ਰਿਕਟ ਵਰਲਡ ਕੱਪ ਆ, ਵੀਜ਼ੇ ਬਹੁਤ ਦੇ ਦੇਣੇ ਗੌਰਮੈਂਟ ਨੇ। ਕ੍ਰਿਕਟ ਵਰਲਡ ਕੱਪ ਤਾਂ ਵੀਜ਼ਿਆਂ ਦਾ ਕੀ ਤਾਲੁਕ ਆ? ਇੱਦਾਂ ਹੀ ਹੁੰਦਾ ਜੀ। ਹੁਣ ਪਤਾ ਕੀ ਕਹਿੰਦੇ ਲੋਕ, ਉਹ ਜੀ ਇਹਨਾਂ ਦੇ ਬੁੜੇ ਬਹੁਤ ਮਰ ਗਏ, ਹੁਣ ਪੱਕੇ ਕਰ ਦੇਣੇ ਸਾਰੇ ਕੱਚੇ। ਆਹ ਕੋਈ ਗੱਲ ਆ? ਕਿੱਥੋਂ ਕੋਰਿਲੇਸ਼ਨ ਆਉਂਦਾ ਆਪਣੇ ਬੰਦੇ? ਜਿਹੜਾ ਬੰਦਾ ਆਪਣੇ ਆਪ ਨੂੰ ਝੂਠੀ ਆਸ ਦਿੰਦਾ ਨਾ, ਉਹ ਕਹਿੰਦੇ ਡੁੱਬਦਾ ਬੰਦਾ ਘਾਹ ਨੂੰ ਵੀ ਹੱਥ ਮਾਰਦਾ। ਸੋ ਉਹ ਚੀਜ਼ ਆ, ਕਿਸੇ ਚੀਜ਼ ਨੂੰ ਵੀ ਜੋੜ ਲੈਂਦੇ ਆ, ਪਰ ਉਹ ਸਹੀ ਨਹੀਂ ਹੁੰਦਾ ਜੀ। ਜਦ ਤੱਕ ਗੌਰਮੈਂਟ ਦੀ ਕੋਈ ਅਨਾਊਂਸਮੈਂਟ ਨਹੀਂ ਆਉਂਦੀ, ਕੋਈ ਪ੍ਰਸਤਾਵ ਨਹੀਂ ਰੱਖਦੇ, ਤਾਂ ਇਹ ਚੀਜ਼ਾਂ ਤਾਂ ਐਵੇਂ ਤੁਹਾਨੂੰ ਝੂਠੀ ਇੱਕ ਦੂਜੇ ਨੂੰ ਝੂਠੀ ਤਸੱਲੀ ਦੇਈ ਜਾਣੀ, ਉਹ ਦੇਈ ਜਾਓ, ਪਰ ਉਸ ਕਰਕੇ ਤਾਂ ਤੁਸੀਂ ਫਸਦੇ ਆ ਗਲਤ ਕੰਮਾਂ ਦੇ ਵਿੱਚ। ਰਾਜ ਦਾ ਮੈਸੇਜ ਆਇਆ, ਭਾਜੀ ਬੈਡਫੋਰਡ ਦੇ ਵਿੱਚ ਵੀ ਸ਼੍ਰੀ ਗੁਰੂ ਰਵਿਦਾਸ ਲੇਨ ਹੈਗੀ ਆ ਜੀ, ਜੋ ਗੁਰਦੁਆਰੇ ਨੂੰ ਜਾਂਦੀ ਆ, ਅਤੇ ਉਹ ਰੋਡ ਨੂੰ ਬਹੁਤ ਸਾਫ਼ ਰੱਖਿਆ ਜਾਂਦਾ। ਇਹ ਪਲੀਜ਼ ਤੁਸੀਂ ਮੈਨਸ਼ਨ ਕਰੋ ਜੀ, ਬਹੁਤ ਵਧੀਆ ਗੱਲ ਹੈ ਜੀ। ਮੈਂ ਤਾਂ ਕਹਿੰਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਰੋਡ ਰੱਖੀ ਗਈ ਆ, ਔਰ ਫਰਜ਼ ਵੀ ਬਣਦਾ ਤੁਹਾਨੂੰ, ਜੇ ਤੁਸੀਂ ਕਿਸੇ ਚੀਜ਼ ਨੂੰ ਵੀ ਆਪਣੇ ਗੁਰੂ ਦਾ ਨਾਂ ਦੇਣਾ ਆ। ਈਵਨ ਮੈਂ ਤਾਂ ਕਹਿੰਦਾ ਤੁਸੀਂ ਕਿਸੇ ਚੀਜ਼ ਨੂੰ ਆਪਣੇ ਪਿਤਾ ਦਾ ਨਾਂ ਦੇਣਾ ਆ, ਹੈ ਨਾ, ਜਾਂ ਆਪਣੇ ਬਾਬੇ ਦਾ ਨਾਂ ਦੇਣਾ ਆ,
ਤਾਂ ਉਹ ਤੁਹਾਡਾ ਫਰਜ਼ ਬਣਦਾ ਕਿ ਉਹਨੂੰ ਸਾਫ਼ ਸੁਥਰੀ ਤੇ ਰੱਖੋ। ਬਹੁਤ ਲੋਕਾਂ ਨੇ ਆਪਣੇ ਪਿੰਡਾਂ 'ਚ ਗੇਟ ਬਣਾਏ ਹੋ ਆ ਜੀ, ਮੈਮੋਰੀਅਲ ਬਣਾਏ ਹੋ ਆ ਆਪਣੇ ਡੈਡੀਆਂ ਨੂੰ, ਪਿੱਤਿਆਂ ਨੂੰ, ਉਹਨਾਂ ਦੇ ਨਾਂ 'ਤੇ। ਹੁਣ ਜੇ ਉਹਨਾਂ 'ਤੇ ਬਿੱਠਾਂ ਹੀ ਕਰੀ ਜਾਣ ਚਿੜੀਆਂ ਆ ਕੇ, ਤਾਂ ਫਿਰ ਉਹ ਤੁਹਾਡੀ ਸਫਾਈ ਕਾਹਦੀ ਹੋਈ? ਉਹ ਬਾਬਾ ਜੀ ਤਾਂ ਉੱਤੇ ਦੇਖਦੇ ਹੋਣੇ ਆ ਕਿ ਜੀਂਦੇ ਜੀ ਨੇ ਚਿੜੀ ਨੇ ਕਦੇ ਕਬੂਤਰ ਨੇ ਬਿੱਠ ਕੀਤੀ ਨਹੀਂ ਸੀ, ਮਰੇ ਤੋਂ ਬਾਅਦ ਤਾਂ ਬਿੱਠਾਂ ਹੀ ਲੈਣੀਆਂ ਹੀ ਨਹੀਂ ਇਹ, ਨਾ ਕੋਈ ਦੇਖਦਾ ਇਹਨਾਂ ਨੂੰ ਲਾਉਣ ਲਈ। ਸੋ ਤੁਸੀਂ ਜੀ ਇਸ ਚੀਜ਼ਾਂ ਦਾ ਸਾਡੇ ਉੱਤੇ ਉਤਰਦਾ ਹੀ ਹੁੰਦਾ। ਇਹ ਸੇਵਾ ਵੀ ਅਨਾਊਂਸ ਕਰੋ ਇਸ ਦੇ ਨਾਲ ਨਾਲ ਕਿ ਹਾਂਜੀ ਜੀ ਰੱਖਾਂਗੇ ਅਸੀਂ ਕਲੀਨ। ਐਂਡ you know, can I tell the youth, don't rely on the elder community to try and act on this. Take it upon yourself and do it yourself. Come on, you're capable enough. You can do this. You got this. Yeah. Harpal Chopra, the message, a fantastic show as well. Can you wish our son Karam Singh Flora happy 6th birthday from Bedford? So Karam, happy birthday. Happy, you're 6 now, you're a big boy. Thanks for all the fantastic advice. Many thanks. No problem at all. My pleasure. Rakesh, the message. Hi, Paji. Hope you're well. Can you wish my son Vikram a happy 18th birthday from Dad Rakesh, Mum Preeti, Brother Krish? Many thanks. Stay safe. So, yep, Vikram, happy 18th birthday. You could do all the things that your mum and dad told you can't do now. So, good luck. Well, good luck to the parents. So, let's have a look. Ash Mittu, the message, if you, please say hello to my parents, Mr. and Mrs. Mittu, who never miss your show. So Mr. and Mrs. Mittu's बहुत ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸ਼ੋਅ ਤੁਸੀਂ ਦੇਖਣਾ। ਥੈਂਕ ਯੂ ਵੈਰੀ ਮਚ ਜੀ। ਨਿਰਮਲ ਉੱਬੀ ਜੀ ਨੇ ਵੀ ਮੇਰੇ ਵਾਲੀ ਗੱਲ ਕੀਤੀ ਕਿ ਹਰਜਾਪ ਜੀ ਮੈਂ ਤੁਹਾਡੇ ਨਾਲ ਸਹਿਮਤ ਹੈ ਜੀ ਕਿ ਹੈਵਲੌਕ ਰੋਡ ਦਾ ਜਦੋਂ ਇਹ ਬਦਲਿਆ ਜਾਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਡ ਰੱਖੀ ਹੋਣੀ ਚਾਹੀਦੀ ਹੈ ਜੀ। ਪੂਰਾ ਜੋ ਅਹੁਦਾ ਆ, ਜੋ ਨਾਂ ਆ, ਉਹੀ ਰੱਖਣਾ ਚਾਹੀਦਾ ਜੀ, ਹੈ ਨਾ। ਸੋ ਅੱਛਾ ਜੇ ਆਪਣਾ ਡੈਡੀ ਹੋਵੇ ਨਾ, ਉਹਨਾਂ ਦੇ ਨਾਂ ਮੋਹਰੇ ਲਾ ਦਈਦਾ ਅਸੀਂ, ਸਰਦਾਰ ਸਰਦਾਰ ਫਲਾਨਾ ਫਲਾਨਾ ਹੈ। ਤੇ ਗੁਰੂ ਨਾਨਕ ਦੇਵ ਜੀ ਉਹ ਪਰਮ ਪਿਤਾ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਰੋਡ ਰੱਖੋ ਜੀ ਨਾ। I'll be writing that in my reply to the consultation. I'll get 5 opinions because I've got 5 buildings on the road. So मेरी 5 opinion उस रोड ते ये होणगे कि श्री गुरु नानक देव जी रोड होना चाहिए। गुरु नानक रोड जचदी नहीं, जचदी नहीं। When we've got an option, इस वेले साडे को option हैगी आ और consultation करदे आ, कोई फैसला नहीं होया, so why shouldn't we make our views known? Of course we should. And I'd want the full name of the road on there and the full name of our Guru Ji on there. Why wouldn't you? Who would say no to that? I'd like to hear the counter argument. Right, message आया जी हम WhatsApp वाले पढ़ लिए कि बेटा जी you're doing a great job, God bless you. Thank you very much जी, thank you. Let's see what else. Hello Paji, Sat Shri Akal ji, I like your show every week. Good luck from Major Sol. Thank you ji Major Sol ji. Randeep Syan the message, Kidda Paji, hope you're well, Rab Rakha. Thank you very much Randeep, yeah, all doing well. Good evening Paji, your show is awesome, I'm a great fan of your show, keep it up brother. Regards Mr. Uppal. Thank you sir, thank you very much. What else? बस जी बहुत है। Thank you Paji for your explanation on COVID once again. No problem ji, thank you very much. It was an honour to do that. Right, देखो messages on आ रहे हैं। Gurdeep the message आया शुक्र दा के hello brother, hope can you wish my Patiji happy 14th birthday for yesterday please? Yep, Gurdeep शुक्र दी Patiji ਨੂੰ 14 happy 14th birthday। नाम भी लिख दिया करो ਵੀਰੇ ਤਾਂ ਕਿ ਉਹਨਾਂ ਦਾ ਨਾਮ ਵੀ ਮੈਂ ਪੜ੍ਹ ਸਕਾਂ। But yeah, ਹਾਂਜੀ Ronnie ਵੱਲੋਂ message ਆਇਆ can you say hello to Aaron Angel Jesse? What lovely names, Angel, ਕਿੰਨਾ ਵਧੀਆ ਨਾਮ ਆਇਆ। You got a great name Angel,
So, and Aaron too na gusse hoin, your name's good as well. So Aaron and Angel Jussi, so hello to you. Hi, can you give a shout out to the Tak family in Slough, Harjinder and Sonia Tak, and Kuldeep and Son Singh Tak? So of course I can. So जिन्ने भी Tak family है तुसी slow च मेरे वालों थानू सत श्री अकाल जी. Right, उन्हें मैसेज तो असी सारी रात पढ़ सकते हैं. कुमारी का मैसेज आया, मिंटू सुदेरा का मैसेज आया लेस्टर तो. सत श्री अकाल भाजी, awesome program, we always look forward to seeing every Friday, great advice and suggestions, thank you जी, thank you very much जी. Gurdeep Dhariwal da message aaya, hi Paji, your program is fantastic, we've been watching it for years, God bless you. Gurdeep Dhariwal from Reading, thank you very much Gurdeep ji. Shalinder Kumman da message aaya, hi Harjap, will weddings be able to take place in August with limited people? Any ideas please? Currently ਤੁਸੀਂ ਨਹੀਂ ਕਰ ਸਕਦੇ, but ਤੁਸੀਂ ਸਿਰਫ funeral ਕਰ ਸਕਦੇ ਹੋ. All other things are not on the agenda at the moment, but by August ਕੁਛ ਨਹੀਂ ਕਹਿ ਸਕਦੇ. ਜਿਨ੍ਹਾਂ ਨੇ ਵਿਆਹ ਰੱਖਿਓ ਸੀ ਇਸ ਈਅਰ ਜੀ, I would sincerely ਤੁਹਾਨੂੰ ਮੇਰੀ advice ਹੈ ਕਿ please pretty much give up hope of getting married this year and postpone it to next year. ਤੁਸੀਂ next year ਰੱਖ ਲਓ, ਕੋਈ ਗੱਲ ਨਹੀਂ ਜੀ. ਨਾਲੇ ਵੈਸੇ ਵੀ ਵਿਆਹ ਦਾ ਚਾਅ 6 ਹਫ਼ਤੇ ਹੀ ਹੁੰਦਾ, ਉਸ ਤੋਂ ਬਾਅਦ ਫਿਰ ਬੰਦਾ ਦੁਖੀ ਹੁੰਦਾ. ਸੋ ਤੁਸੀਂ ਇਹ ਨਾ ਕਰੋ, ਥੋੜ੍ਹਾ ਜਿਹਾ ਹਿਸਾਬ ਨਾਲ ਜਿਹੜਾ ਚਾਅ ਜਿਹਾ ਚੜਿਆ, ਚਾਅ ਨੂੰ ਹਾਲੇ ਰਹਿਣ ਦਿਓ. ਹੈ ਜੇ ਤੁਸੀਂ ਹੁਣ ਵਿਆਹ ਕਰ ਲਿਆ ਦਸੰਬਰ ਤੱਕ ਲੈ ਜਾਣਾ, ਟਰਸਟ ਮੀ, ਜਿਨ੍ਹਾਂ ਨੇ ਕਰਾਇਆ ਉਹਨਾਂ ਨੂੰ ਪੁੱਛੋ. ਸੋ ਬਟ ਨੋ, ਜੇ ਤੁਸੀਂ ਵਿਆਹ ਰੱਖਿਓ I understand, but I think weddings will happen next year. And they might allow them later on this year, but at the moment they're not. But funeral ਨੂੰ allow ਇਹਨਾਂ ਨੇ ਕਰ ਦਿੱਤਾ ਹੈ ਕਿ funeral ਰੱਖ ਸਕਦੇ ਹੋ ਤੁਸੀਂ, but ਜੇ social distance ਤੁਸੀਂ ਰੱਖੋਗੇ, ਸੋ ਇਹਦੇ ਵਿੱਚ ਬਹੁਤ ਜ਼ਰੂਰੀ ਹੈ. Right, let's have a look. I had a job. Do you know any idea when a GP is opening? GPs are open, but I think they're only doing consultations on the telephone at the moment where they can, because obviously ill people are going to go there. They're going to be hotbeds for COVID, but at the moment they're cooking ki hunda ki nahi. Gurdeep the message aaya, meri bhatiji da Jay course show kariya, so yeah Jay, thank you. Premi Jol the message, hi Harjap, please can you explain about supporting bubbles? मैं दसूंगा जी कि की कर सकते हैं ये supporting bubbles. Deepak the message Saroa, the hi Paji, hope you and family keeping well. Please can you say hello to my parents in Southampton? Saroa family no ji mere valon bahut bahut sat sri akal. I am unable to visit them in a while as I'm shielding because of COVID. They'll be watching now. So कोई गल नहीं जी, ਤੁਹਾਨੂੰ ਤੁਸੀਂ ਠੀਕ ਠਾਕ ਰਹੋ, ਮੇਨ ਚੀਜ਼ ਇਹ ਆ. ਲਾਡੇ ਸਾਰੇ ਫੇਰ ਹੋ ਜਾਣੇ ਆ. ਦੀਪਕ ਕਹਿੰਦਾ ਕੋਈ ਗੱਲ ਨਹੀਂ. ਐਂਡ ਕੋਵਿਡ ਨੇ ਇੱਦਾਂ ਫੈਮਲੀਆਂ ਨੂੰ ਸੈਪਰੇਟ ਕੀਤਾ ਹੈ ਜੀ ਕਿ we can't meet our parents. It's hard. It's a hard situation, but don't worry, it'll be worth it. Deepak, and chin up mate. Pete, that message I come. Hi Harjap, hope you're all well with you. Can I say hello to my daughters Shona and Leah who are watching us? Great names, Shona and Leah. Keep up the great advice you give always. Stay safe, Pete Common. So yep, Shona and Leah. Anita, the message. Hi Harjap, see you got the new background, suits the show. Yeah, थोड़ी हम हाई फाई हो गए. ਮੈਂਜ ਦਾ ਮੈਸੇਜ ਆਇਆ, ਕਹਿੰਦੀ ਮੇਰੇ ਹਸਬੈਂਡ ਕਹਿੰਦੇ ਕਿ ਹਰ ਗੱਲ ਤੁਹਾਡੇ ਮੂੰਹ ਤੋਂ ਸੱਜਦੀ ਆ ਜੀ, ਹੋਰ ਕੋਈ ਤੁਹਾਡੀ ਰੀਸ ਨਹੀਂ ਕਰ ਸਕਦਾ. ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ. ਹਰਮਿੰਦਰ ਦਾ ਮੈਸੇਜ ਆਇਆ, ਸੰਦਰ ਦਾ ਭਾਜੀ ਤੁਹਾਡੀ ਹੈਲਥ ਕਿੱਦਾਂ? ਹੈਲਥ ਤਾਂ ਠੀਕ ਹੈ ਜੀ, ਹੈਲਥ ਠੀਕ ਹੋਈ ਜਾਨੂੰ ਆ ਕੋਵਿਡ ਹੀ ਆ ਗਿਆ, ਕੀ ਦੱਸੀਏ ਤੁਹਾਨੂੰ. ਰਾਈਟ. ਜਿਮੀ ਢਿੱਲੋਂ ਦਾ ਮੈਸੇਜ ਆਇਆ, ਹੈਲੋ ਹਰਜਾਬ, ਕੈਨ ਯੂ ਗਿਵ ਅ ਸ਼ਾਊਟ ਆਊਟ ਟੂ ਦ ਢਿੱਲੋਂ ਫੈਮਿਲੀ ਫਰਮ ਇਲਫੋਰਡ? ਹਾਂਜੀ, ਪੂਰੇ ਢਿੱਲੋਂ ਫੈਮਿਲੀ ਜੋ ਇਲਫੋਰਡ ਵਿੱਚ ਹੈਗਾ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ. ਕੀਪ ਅਪ ਦ ਗੁੱਡ ਵਰਕ. ਦੇਖੋ ਜੀ, ਇਹਦੇ ਨਾਲ ਇਹ ਪਤਾ ਲੱਗਦਾ ਕਿ ਕਿੰਨੇ ਲੋਕ ਸ਼ੋਅ ਦੇਖਦੇ ਆ. ਮੈਨੂੰ ਤਾਂ ਖੁਦ ਨਹੀਂ ਪਤਾ ਕਿ ਕਿੰਨੇ ਦੇਖਦੇ ਆ, ਬਟ ਆਹ ਹੁਣ ਮੈਸੇਜਿਸ ਆ, ਇਹ ਤਾਂ ਹੈ ਨਹੀਂ ਕਿ ਹੁਣ ਮੀਡੀਆ 'ਤੇ ਸਾਰੇ ਹੁਣ ਆ ਰਹੇ ਆ ਔਰ ਆ ਰਹੇ ਆ. ਮੈਂ ਹੁਣ ਜਾਂਦਾ ਬ੍ਰੇਕ ਵੱਲ, ਅਤੇ ਬ੍ਰੇਕ ਤੋਂ ਬਾਅਦ ਫੋਨ ਲਾਈਨਾਂ ਖੋਲ੍ਹ ਦੇਣੀਆਂ. ਜਿਨ੍ਹਾਂ ਨੇ ਵੀ ਸਵਾਲ ਪੁੱਛਣਾ ਫਿਰ ਪੁੱਛ ਸਕਦੇ ਆ 15 ਕੁ ਮਿੰਟ ਜਿੰਨੇ ਹੈਗੇ ਆ, ਤਾਂ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੇ. ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਹਾੜਾ ਪੀ ਕੇ ਨਾ ਫੋਨ ਕਰਿਓ. ਹੈਂ, ਉਹ ਜੇ ਹਾੜਾ ਪੀ ਕੇ ਕਿਤੇ ਮਿਲਣਾ ਜੀ, ਉਹ ਤੋਂ ਮੈਨੂੰ ਮਿਲ ਲਿਓ, ਕੋਈ ਗੱਲ ਨਹੀਂ. ਹਰ ਈਵਨਿੰਗ ਤੁਹਾਡੇ ਲਈ ਬੈਠਾ,
ਤੇ ਉਹ ਨੋ ਪ੍ਰੋਬਲਮ। ਜੇ ਤੁਹਾਨੂੰ ਸ਼ੋਅ ਨਹੀਂ ਪਸੰਦ ਆਉਂਦੀ ਤੇ ਤੁਸੀਂ ਨਾ ਦੇਖੋ, ਆ ਵੀ ਮੈਂ ਤੁਹਾਨੂੰ ਕਹਿ ਦਿੰਦਾ। ਤੇ ਜੇ ਤੁਹਾਨੂੰ ਸ਼ੋਅ ਪਸੰਦ ਆਉਂਦੀ ਆ ਤਾਂ ਜਿੱਦਾਂ ਪਿਆਰ ਦਿੰਦੇ ਆ ਇੱਦਾਂ ਦੇਈ ਜਾਓ, ਔਰ ਇੱਦਾਂ ਦੀਆਂ ਅਸੀਂ ਸਿੱਧੀਆਂ ਜਿਹੀਆਂ ਗੱਲਾਂ ਕਰੀ ਜਾਣੀਆਂ। ਤੇ ਮਿਲਦਾ ਤੁਹਾਨੂੰ ਮੈਂ ਹੁਣ ਜੀ ਬ੍ਰੇਕ ਤੋਂ ਬਾਅਦ, ਜਦੋਂ ਅਸੀਂ ਫੋਨ ਲਾਈਨ ਖੋਲਾਂਗੇ। Catch you soon. Air India introduces additional flights from London Heathrow to Mumbai and a new direct flight from London Stansted to Mumbai from 14th February 2020. Fly in luxury on Air India Dreamliner with extra legroom in economy and flat beds in business class. For attractive fares, contact your travel agent now or visit airindia.in. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ। ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ ਔਰ ਇੱਦਾਂ ਸੱਚ ਦੀ ਆਵਾਜ਼ ਤੇ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। The Akshay Patra Foundation has taken on a massive initiative to make sure that millions of people receive a freshly prepared plate of food. We are now serving over 1 million families, children, daily wage earners, migrant labor, and generally people who are deprived of a basic plate of food. We just do not want anyone to go to bed hungry. Please join us in this massive endeavor. This is a fantastic opportunity for all of us to come together and help millions. Every little penny that you donate will make a massive difference to hundreds of people. Thank you. हेस्टन हाइड वेस्ट लंदन के सबसे शानदार होटल्स में से एक, with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ। Heston Hyde. For bookings, call 0208 572 1818. ਮੈਂ ਤੁਹਾਡਾ ਹਰਜਾਬ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ, ਵੈਲਕਮ ਟੂ ਦ ਸ਼ੋ। ਫੋਨ ਲਾਈਨਾਂ ਆਪਾਂ ਹੁਣ ਖੋਲ ਦੇਣੀਆਂ, ਜਿਨ੍ਹਾਂ ਨੇ ਕਰਨੀ ਗੱਲ ਕਰ ਸਕਦੇ ਆ। ਇੱਕ ਦੋ ਮੈਸੇਜ ਪੜ੍ਹ ਦੇਵਾਂ। ਹਾਈ ਹਰਜਾਬ, ਕੈਨ ਯੂ ਪਲੀਜ਼ ਸੇ ਹਾਈ ਟੂ ਮਾਈ ਮਮ ਐਂਡ ਡੈਡ, ਦਲਵਿੰਦਰ ਐਂਡ ਸੰਤੋਖ, ਦੇ ਲਵ ਯੂਰ ਸ਼ੋ ਫਰਮ ਸੁੱਕੀ ਫਰਮ ਕੌਂਟਰੀ। ਸੋ ਦਲਵਿੰਦਰ ਤੇ ਸੰਤੋਖ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੇਰੇ ਵੱਲੋਂ। ਜੈਸੀ ਦਾ ਮੈਸੇਜ ਆਇਆ, ਹਰਜਾਬ ਯੂ ਲੁਕਿੰਗ ਗੁੱਡ ਫॉर ਲੋਕਡਾਊਨ, ਹੂਜ਼ ਕੱਟ ਯੋਰ ਹੇਅਰ। ਉਹ ਇੱਦਾਂ ਨਹੀਂ ਦੱਸੀ ਸੀ ਜਿਨ ਵੀ ਕੱਟ ਕੀਤੇ ਨਾ, that to wear like a hazmat suit. So ਹਾਂਜੀ, ਇੱਕ ਮੈਸੇਜ ਆਇਆ, ਭਾਜੀ ਹਾੜਾ ਪੀ ਕੇ ਤੈਨੂੰ ਬਹੁਤ ਲੋਕ ਫੋਨ ਕਰਦੇ ਆ। ਉਹ ਫਿਰ ਆਪਣੀ ਦਿਲ ਦੀਆਂ ਗੱਲਾਂ ਕਰਦੇ ਆ ਨਾ, ਉਹ ਫਿਰ ਮੈਨੂੰ ਆਪਣਾ ਸਮਝਦੇ ਆ ਕਿ ਭਾਜੀ ਨਾਲ ਨਹੀਂ ਕਰ ਸਕਦੇ ਤਾਂ ਹੋਰ ਕਿੰਨਾ ਕਰ ਸਕਦੇ। Sometimes this whole show and our whole relationship, ਜਿੰਨਾ ਮੇਰਾ ਵੀ ਆਡੀਅנס ਆ, ਤੁਹਾਨੂੰ ਨਹੀਂ ਲੱਗਦਾ ਕੁਝ ਲੋਕ, ਕਈ ਲੋਕ ਕੁਝ ਜ਼ਿਆਦਾ ਹੀ ਫਰੈਂਕ ਹੋ ਜਾਂਦੇ ਮੇਰੇ ਨਾਲ, ਬਸ ਜ਼ਿਆਦਾ ਹੀ ਆਪਣਾ ਉਹ ਗੱਲਾਂ ਕਰ ਦਿੰਦੇ ਆ ਜਿਹੜੀ ਨਹੀਂ ਹੁੰਦੀਆਂ। ਸਤਪਾਲ ਦਾ ਮੈਸੇਜ, ਭਾਈ ਤੁਹਾਡੀ ਪੰਜਾਬੀ ਕਿੰਨੀ ਕਿੱਦਾਂ ਗੁੱਡ ਹੋਈ। ਉਹ ਇੱਦਾਂ ਹੋਈ ਜੀ, ਸਾਡੇ ਮੰਮੀ ਡੈਡੀ ਨੇ ਅੰਗਰੇਜ਼ੀ ਸਿੱਖੀ ਨਹੀਂ, ਸਾਨੂੰ ਮਜਬੂਰੀ 'ਚ ਪੰਜਾਬੀ ਸਿੱਖਣੀ ਪਈ। ਐਂਡ ਆਈ ਵਾਚਡ ਅ ਲੋਟ ਆਫ ਮੇਰ ਮਿੱਤਲ ਫਿਲਮਸ when I was growing up, and I listened to a lot of Mahinder Kapoor songs, and I listened to a lot of Alap Premi, Apna Sangeet, Hira, Salinder Pardesi, DCS, Malkeet Singh ji, Safri Boys, ਜਿੰਨੇ ਵੀ UK ਦੇ ਬੈਂਡ ਆ, ਮੈਂ ਸਾਰੇ ਰੀਲਾਂ ਮੇਰੇ ਕੋਲ ਹੈਗੀਆਂ, ਹਜੇ ਵੀ ਪਈਆਂ।
I've got all the old tapes and I used to listen to a lot of songs and I used to ask my dad the meaning of them. ਇਹ ਨਹੀਂ ਕਿ ਤੁਸੀਂ ਜੁੱਤੀ ਪਾ ਕੇ ਹੀਲਾਂ ਪਾ ਕੇ ਤੇ ਬਾਅਦ 'ਚ ਤੁਸੀਂ ਡਾਂਸ ਕਰੀ ਆ ਉੱਦਾਂ ਹੀ ਤਾਂ ਭਾਵੇਂ ਗਾਣੇ 'ਚ ਕੋਈ ਗਾਲਾਂ ਹੀ ਕੱਢੀ ਜਾਵੇ ਤੁਹਾਨੂੰ ਪਤਾ ਨਹੀਂ ਲੱਗਦਾ ਗਾਣੇ ਜੇ ਸੁਣਨੇ ਆ ਉਹਨਾਂ ਦਾ ਮਤਲਬ ਪੁੱਛੋ ਆਪਣੇ ਮੰਮੀ ਡੈਡੀ ਨੂੰ ਮਾਮ ਇਹਦਾ ਮਤਲਬ ਕੀ ਆ ਇਹਦਾ ਮਤਲਬ ਕੀ ਆ ਪੰਜਾਬੀ ਤੁਸੀਂ ਆਪੇ ਸਿੱਖ ਜਾਓਗੇ ਭਾਜੀ ਹੈਵ ਯੂ ਹੈਡ ਅ haircut yeah I did have a haircut ਅਮਨ ਨੂੰ ਕਹਿੰਦਾ yeah I have had a haircut Jazz, the message I bang said, bro, I don't watch your shows often as I should, but I've tuned in tonight and it's great to see you back in business. God bless. Thank you very much. Nikki, the message just made me laugh and cry at the same time. My pops used to say hara. It's the best word. It's one of the words I learned from my pops too. Yeah, well, it's not the best word to learn. ਹੁਣ ਇਹ ਨਾ ਬੱਚੇ ਪੁੱਛਣ ਲੱਗ ਜਾਣ ਕਿ ਹਾੜਾ ਕੀ ਹੁੰਦਾ ਇਹ ਦੋ ਲਫ਼ਜ਼ਾਂ ਤੋਂ ਬਚਣਾ ਚਾਹੀਦਾ ਹਾੜਾ ਤਾਂ ਹਾਰਾ ਤੇ ਇਹ ਇੰਡੀਆ ਕਈ ਵਾਰੀ ਇਹ ਬੱਚੇ ਜਾਊਗੇ ਨਾ ਹਾੜਾ ਲੈਣ ਤੇ ਇਹਨਾਂ ਨੂੰ ਹਾੜਾ ਪਲਾ ਕੇ ਭੇਜ ਦੇਣਾ ਮੁੜ ਕੇ ਉਹਨਾਂ ਨੇ ਚਲੋ ਜੀ ਮੇਰਾ ਖਿਆਲ ਫੋਨ ਲਾਈਨਾਂ ਖੋਲ ਦਿੱਤੀਆਂ shall we see who's on the line okay right lines are open ਜਿਨ੍ਹਾਂ ਨੇ ਗੱਲ ਕਰਨੀ ਕਰ ਸਕਦੇ ਆ so ਦੇਖੋ ਜੋ ਨਵੇਂ ਰੂਲਸ ਹੈਗੇ ਲੋਕਡਾਊਨ ਵਾਲੇ ਉਹਦੇ 'ਚ ਇਹ ਹੈ ਕਿ ਤੁਸੀਂ ਹਜੇ ਵੀ ਇੱਕ ਦੂਜੇ ਤੋਂ 2 ਮੀਟਰ ਦੂਰ ਰਹਿਣਾ ਪਰ ਤੁਸੀਂ ਇੱਕ ਸਪੋਰਟ ਬਬਲ ਬਣਾ ਸਕਦੇ ਆ ਪ੍ਰੇਮੀ ਜੋਲ ਨੇ ਜਿਹਦਾ ਮੈਸੇਜ ਭੇਜਿਆ ਜੀ ਸਪੋਰਟ ਬਬਲ ਕੀ ਹੁੰਦਾ ਉਹ ਹੁੰਦਾ ਕਿ ਇੱਕ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਸਪੋਰਟ ਬਬਲ ਬਣਾ ਸਕਦੇ ਆ ਕਿ ਤੁਸੀਂ ਇੱਕ ਦੂਜੇ ਦੇ ਘਰ ਆ ਜਾ ਸਕਦੇ ਇੱਕ ਪਰਿਵਾਰ ਸਿਰਫ ਜਿਹਦੇ ਨਾਲ ਤੁਹਾਨੂੰ ਸਹਾਇਤਾ ਹੋ ਸਕਦੀ ਆ ਔਰ ਤੁਹਾਡੀ ਡਿਪਰੈਸ਼ਨ ਵੀ ਲੈ ਸਕਦੀ ਆ ਸੋ ਇਹ ਇਹਨਾਂ ਨੇ ਨਵਾਂ ਕਰਤਾ ਜੀ ਕਿ ਜੋ ਤੁਹਾਡੇ ਲਾਗੇ ਛਾਗੇ ਕੋਈ ਇੱਕ ਪਰਿਵਾਰ ਆ ਉਹਨਾਂ ਨਾਲ ਇੱਕ ਸਪੋਰਟ ਬਬਲ ਬਣਾਓ ਉਹਦੇ ਵਿੱਚ ਤੁਸੀਂ ਰਹਿ ਸਕਦੇ ਆ ਤੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਮਿਲ ਵਰਤ ਸਕਦੇ ਆ ਐਂਡ ਤੁਹਾਨੂੰ ਉਹਨਾਂ ਦਾ ਆਸਰਾ ਹੋ ਜਾਏਗਾ ਚਲੋ ਕਾਲਰ ਆ ਗਏ ਲੈਟਸ ਯੂਜ਼ ਔਨ ਦ ਲਾਈਨ ਹੈਲੋ ਹਾਂਜੀ ਭਾਜੀ ਹਰਜਾਬ ਭਾਜੀ ਨਾਲ ਗੱਲ ਕਰੋ ਹਾਂਜੀ ਹਰਜਾਬ ਭਾਜੀ ਬੋਲਦਾ ਜੀ ਹਾਂਜੀ ਭਾਜੀ ਮੈਂ ਰਣਜੀਤ ਬੋਲਦਾ ਤੁਹਾਡੇ ਕੋਲ ਆਇਆ ਵੀ ਸੀਗਾ ਰਾਈਟ ਤੇ ਉਹ ਮੇਰੀ ਵਾਈਫ ਦਾ ਵੀਜ਼ਾ ਸੀਗਾ ਜਿਹੜਾ 28 ਤਰੀਕ ਨੂੰ ਖਤਮ ਹੋ ਗਿਆ ਸੀਗਾ ਹੁਣ ਕਰੀਏ ਕੀ ਕਿਉਂਕਿ ਹੁਣ ਉਹਦੀ ਨੈਕਸਟ ਸਟੈਪ ਕੀ ਆ 28 ਤਰੀਕ ਨੂੰ ਖਤਮ ਹੋ ਗਿਆ 28 ਤਰੀਕ ਨੂੰ ਹਾਂਜੀ ਅਪਲਾਈ ਨਹੀਂ ਕੀਤਾ ਤੁਸੀਂ ਨਹੀਂ ਪਰ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਮੇਰਾ ਕੇਸ ਕਿਹੜਾ ਸੀਗਾ ਉਹ ਮੈਨੂੰ ਛੱਡ ਕੇ ਨਹੀਂ ਚਲੀ ਗਈ 17 ਤਰੀਕ ਨੂੰ ਪਿਛਲੇ ਸਾਲ ਭਾਜੀ ਉਹ ਤਾਂ ਠੀਕ ਆ ਬਟ ਹੁਣ ਉਹਦੇ ਬਾਰੇ ਹੁਣ ਮੈਨੂੰ ਹੁਣ ਇਹ ਚੀਜ਼ ਦਾ ਚੇਤਾ ਨਹੀਂ ਮੇਰਾ ਵੀ ਕਿਤੇ ਕਿ ਤੇਰੀ ਛੱਡ ਕੇ ਚਲ ਗਈ ਜਾਂ ਨਹੀਂ ਬਸ ਉਹ ਮੇਰਾ ਵੀ ਤੁਸੀਂ ਆਪਣੀ ਆਵਾਜ਼ ਬੰਦ ਕਰੋ ਟੀਵੀ ਦੀ ਆਵਾਜ਼ ਬੰਦ ਕਰੋ ਆਵਾਜ਼ ਘੱਟ ਕਰੋ ਹੈਲੋ ਸਤਿ ਸ਼੍ਰੀ ਅਕਾਲ ਆਪਣੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਵੀਰੇ ਉਹ ਜੀ ਆਪਣਾ ਜਿਸ ਤਰ੍ਹਾਂ ਕਿ ਉਹ ਆਪਣੇ 17 ਤਰੀਕ ਨੂੰ ਕਰਮਦੀਪ ਕੋਲ ਗੱਲ ਛੱਡ ਕੇ ਚਲੇ ਗਏ ਸੀ ਘਰ ਪ੍ਰਿੰਸੀਪਲ ਬੁਲਾ ਕੇ ਤੇ ਆਪਾਂ ਕੇਸ ਜਿਹੜਾ ਪਾਇਆ ਸੀ ਉਹਦਾ ਵੀਜ਼ਾ ਕੈਂਸਲ ਕਰਨ ਵਾਸਤੇ ਹਾਂਜੀ ਤੇ ਉਹਦਾ ਕੋਈ ਜਵਾਬ ਨਹੀਂ ਆਇਆ ਸੀਗਾ ਹੁਣ ਜਿਹੜਾ 28 ਤਰੀਕ ਨੂੰ 5ਵੇਂ ਮਹੀਨੇ 28 ਤਰੀਕ ਨੂੰ ਵੀਜ਼ਾ ਖਤਮ ਹੋ ਗਿਆ ਉਸ ਤੋਂ ਬਾਅਦ ਕੀ ਉਹਨੂੰ ਮਿਲੂਗਾ ਵੀਜ਼ਾ ਜੇ ਮਤਲਬ ਨਹੀਂ ਜੀ ਮਤਲਬ ਕੀ ਉਹਦਾ ਸਟੈਪ ਹੋਊਗਾ ਭਾਜੀ ਐਸ ਲੌਂਗ ਐਸ ਤੁਸੀਂ ਦੱਸ ਦਿੱਤਾ ਹੋਮ ਆਫਿਸ ਨੂੰ ਹਾਂਜੀ ਸੋ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਬਾਕੀ ਹੁਣ ਉਹਨੂੰ ਵੀਜ਼ਾ ਨਾ ਦੇਣਾ ਉਹ ਹੋਮ ਆਫਿਸ ਦੇ ਹੱਥ ਵਿੱਚ ਆ ਕਿ ਉਹ ਦੇਣ ਨਾ ਦੇਣ ਤੁਹਾਡਾ ਕੰਮ ਇੱਥੋਂ ਮੁੱਕ ਗਿਆ ਮਤਲਬ ਤੁਹਾਡਾ ਫਰਜ਼ ਸੀ ਦੱਸਣਾ ਉਹਨਾਂ ਨੂੰ ਕਿ ਉਹ ਚਲ ਗਈ ਹਾਂਜੀ ਅੱਛਾ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਸੀ ਉਹਨੂੰ ਆਈ ਨੂੰ 2 ਸਾਲ ਹੋ ਗਏ ਸੀ ਆਈ ਨੂੰ 2 ਸਾਲ ਹੋ ਗਏ ਹੈ 2 ਸਾਲ ਹੋ ਗਏ ਸੀ ਤੇ ਭੱਜੀ ਕਦੋਂ ਜੀ ਆਪਣਾ 11ਵੇਂ ਮਹੀਨੇ 17 ਤਰੀਕ ਨੂੰ 11ਵੇਂ ਮਹੀਨੇ 17 ਤਰੀਕ ਤੋਂ ਉਦਾਂ ਹੀ ਭੱਜ ਗਈ ਜੀ ਕੋਈ ਬਹਾਨਾ ਲਾਇਆ ਕੋਈ ਇਲਜ਼ਾਮ ਲਾਇਆ ਤੁਹਾਡੇ ਤੇ ਕਿੱਦਾਂ ਉਹ ਸਾਡੇ ਤੇ ਬਥੇਰਾ ਕੁਝ ਲਾਇਆ ਜੀ ਉਹਨਾਂ ਨੇ ਬਸ ਇਹ ਪੁੱਛੋ ਹੀ ਨਾ ਤੁਸੀਂ ਜੇਲ੍ਹ ਦੇ ਦਰਸ਼ਨ ਤਾਂ ਨਹੀਂ ਕਰਾਏ ਥਾਣੇ ਜਾਂਦੇ ਨਹੀਂ ਜੇਲ੍ਹ ਦੇ ਦਰਸ਼ਨ ਨਹੀਂ ਫੇਰ ਠੀਕ ਹੈ ਨਹੀਂ ਜੇਲ੍ਹ ਦੇ ਦਰਸ਼ਨ ਨਹੀਂ ਚਲੋ ਫਿਰ ਤੁਸੀਂ ਏਦਾਂ ਤੁਸੀਂ ਐਸ ਲੌਂਗ ਐਸ ਤੁਸੀਂ ਹੋਮ ਆਫਿਸ ਨੂੰ ਦੱਸਤਾ ਠੀਕ ਹੈ ਜੀ ਤੁਹਾਡਾ ਕੰਮ ਕਲੀਅਰ ਆ ਬਾਕੀ ਉਹਨਾਂ ਨੇ ਆਪੇ ਆਪਣੀ ਕਾਰਵਾਈ ਕਰ ਦੇਣੀ ਹੈ ਅੱਛਾ ਫਿਰ ਹੁਣ ਉਹਦੇ ਬਦਲੇ ਅਸੀਂ ਕੀ ਕਰੀਏ ਜੇ ਗਾਹਾਂ ਸਟੈਪ 'ਚ ਕੋਈ ਡਿਵੋਰਸ ਦਾ ਕੋਈ ਹੋਰ ਬਿਲਕੁਲ ਡਿਵੋਰਸ ਹੋ ਸਕਦਾ ਜੀ ਬਿਲਕੁਲ ਡਿਵੋਰਸ ਹੋ ਸਕਦਾ ਸਾਡੇ ਨਾਲ ਗੁਰਵਿੰਦਰ ਬਾਸੀ ਆਉਂਦੇ ਹੁੰਦੇ ਸ਼ੋਅ ਤੇ ਵੀ ਆਉਂਦੇ ਹੁੰਦੇ ਡੈਡੀ ਨਾਲ ਉਹਨਾਂ ਨਾਲ ਗੱਲ ਕਰ ਲਿਓ ਜੀ ਉਹਨਾਂ ਦਾ ਆਹੀ ਕੰਮ ਹੈ ਜੀ ਅੱਛਾ ਜੀ ਆਪਾਂ ਵਿਆਹ ਕਰਾਈ ਦੇ ਉਹ ਛੱਡ ਛੜਈਏ ਕਰਾਉਂਦਾ ਠੀਕ ਹੈ ਜੀ ਚਲੋ ਹੁਣ ਡਿਵੋਰਸ ਕਰ ਲਓਗੇ ਵਧੀਆ ਹੈ ਕਿ ਕੱਲ ਨੂੰ ਤੁਸੀਂ ਦੁਬਾਰਾ ਵਿਆਹ ਕਰਨਾ ਹੋਊਗਾ ਤਾਂ ਤੁਹਾਡੇ ਕੋਲ ਡਿਵੋਰਸ ਤਾਂ ਹੋਊਗਾ ਕਿ ਜੇ ਲੁੱਕ ਛੁਪ ਗਈ ਤਾਂ ਫਿਰ ਡਿਵੋਰਸ ਕਰਨਾ ਥੋੜਾ ਔਖਾ ਹੋ ਜਾਂਦਾ ਨਹੀਂ ਮੇਰੀ ਗੱਲ ਉਹਦਾ ਐਡਰੈਸ ਦਾ ਪਤਾ ਹੀ ਨਹੀਂ ਗਿਆ ਉਹ ਆਪਣੇ ਤੁਹਾਡੀ ਸੈਕਟਰੀ ਕਹਿੰਦੀ ਸੀ ਵੀ ਭੈਣ ਜੀ ਨਹੀਂ ਕਹਿੰਦੇ ਸੀ ਵੀ ਮਤਲਬ ਕਿ ਉਹਦਾ ਐਡਰੈਸ ਹੋਣਾ ਚਾਹੀਦਾ ਕਿੱਥੇ ਰਹਿੰਦੇ ਯਾ ਬਸ ਹੁਣ ਜਿੰਨਾ ਕੁ ਪਤਾ ਉਨਾ ਕੁ ਤਾਂ ਬੰਦਾ ਹੁਣ ਇਹੀ ਹੈ ਜੀ ਹੁਣ ਉਹ ਲੁੱਕ ਛੁਪ ਗਏ ਹੋਣੇ ਬਟ ਚਲੋ ਕੋਈ ਗੱਲ ਨਹੀਂ ਤੁਸੀਂ ਹੋਮ ਆਫਿਸ ਨੂੰ ਦੱਸਤਾ ਉਹੀ ਵਧੀਆ ਗੱਲ ਹੈ ਜੀ ਤੇ
ਡਿਵੋਰਸ ਬਾਰੇ ਫਿਰ ਅਸੀਂ ਆਪਦੇ ਲੋ ਪਾ ਦਿੰਦੇ, ਫਿਰ ਹੋਰ ਕੀ ਕਰਨਾ ਜੀ? ਹਾਂਜੀ ਬਿਲਕੁਲ ਪਾ ਦਿਓ, ਜੇ ਹੁਣ ਰਹਿਣਾ ਹੀ ਨਹੀਂ ਉਹਨਾਂ ਨਾਲ, ਉਹਨੂੰ ਪਤਾ ਹੀ ਹੈ, ਹੁਣ ਆਪਣੇ ਸਾਰੇ ਇੰਟੈਂਸ਼ਨ ਦਿਖਾਲ ਦਿੱਤੇ ਆ। ਆਹੋ, ਉਹਦਾ ਐਡਰੈਸ ਤਾਂ ਸਾਨੂੰ ਮਿਲਣਾ ਨਹੀਂ ਵੀ ਕਿੱਥੇ ਕਿੱਥੇ। ਕੋਈ ਗੱਲ ਨਹੀਂ, ਉਹ ਵੀ ਲੱਭ ਲੈਂਦੀ ਹੁੰਦੀ ਹੈ ਕੋਰਟ। ਚਲੋ ਠੀਕ ਹੈ ਜੀ, ਫਿਰ ਚੰਗਾ ਜੀ, ਸਤਿ ਕੋਰਟ ਸ਼੍ਰੀ ਇਹੀ ਅਕਾਲ। ਕੰਮ ਨਹੀਂ ਬਣੇ। ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਨੋ ਪ੍ਰੋਬਲਮ ਜੀ। ਇਹ ਸਿਚੁਏਸ਼ਨ ਜੀ ਬਹੁਤ ਆ ਰਿਹਾ ਕਿ ਔਰ ਇੱਕ ਟਾਈਮ ਆਊਗਾ ਕਿ ਲੋਕਾਂ ਨੇ ਹਟੇ ਹੀ ਜਾਣਾ ਇੰਡੀਆ ਵਿਆਹ ਕਰਨ, ਕਿ ਜੋ ਬਹੁਤ ਲੋਕ ਜੋ ਹੁਣ ਵਿਆਹ ਕਰ ਰਹੇ ਆ। ਮੈਂ ਅੱਗੇ ਜੀ ਹਫਤੇ ਦੇ 5 ਵਿਆਹ ਦੇ ਕੇਸ ਕਰਦਾ ਸੀ ਇੰਡੀਆ ਤੋਂ ਮੰਗਾਉਣ ਲਈ, ਬੋਟੀਆਂ ਤੇ ਮੁੰਡੇ ਜੋ ਵੀ ਹੈ ਬੋਟੇ ਮੰਗਾਉਣ ਲਈ। ਹੁਣ ਜੀ ਕੀ ਹੋ ਰਿਹਾ, ਹੁਣ 5 ਕੇਸ ਕਰ ਰਹੇ ਅਸੀਂ ਕਿ ਘਰ ਵਾਲੀ ਭੱਜ ਗਈ, ਕੋਈ ਗਲਤ ਇਲਜ਼ਾਮ ਲਾ ਗਈ, ਕੋਈ ਛੱਡ ਛੜਈਏ ਵਾਲੇ ਹੋ ਗਿਆ। ਹੁਣ ਉਲਟਾ ਹੋ ਗਿਆ ਕੰਮ, ਹੁਣ ਲੋਕ ਬਹੁਤ ਘੱਟ ਜਾਂਦੇ ਇੰਡੀਆ ਵਿਆਹ ਕਰਨ ਲਈ ਦਿਨ ਅੱਗੇ ਨਾ ਕੰਪੈਰੇਟਿਵਲੀ। ਸੋ ਮੈਂ ਤਾਂ ਇਹੀ ਕਹੂੰਗਾ ਜੀ, ਕਾਹਲੀ 'ਚ ਕੋਈ ਚੀਜ਼ ਕਰਨ ਦੀ ਲੋੜ ਨਹੀਂ। ਜੇ ਤੁਸੀਂ ਇੰਡੀਆ ਵੀ ਵਿਆਹ ਕਰਨਾ ਆ ਤਾਂ ਤੁਸੀਂ ਟਾਈਮ ਆਪਣਾ ਦੇ ਲਾ ਕੇ ਦੇਖ ਲਓ, ਆਪਣੀ ਪੂਰੀ ਜਾਣਕਾਰੀ ਕਰਕੇ ਦੇਖ ਲਓ। ਜੇ ਤੁਹਾਡਾ ਬੱਚਾ ਇੱਥੇ ਦਾ ਹੈ ਜਾਂ ਬੱਚੀ ਆਪਣੀ ਇੱਥੇ ਹੈ, listen, if you're looking to get married in India or you're getting pressured by your mum and dad to get married, or they're saying, look, get married in India. If I introduce, say, imagine you were getting married in the UK. If I introduced you someone today, would you get married to them next Saturday? You wouldn't, would you? Not even I got married all them years ago like that. All right, okay, I only saw my wife 2 times before I got married, but still there was time between it. है ना? सो जे थोड़े बच्चे इत्थे दे पैदा होए आ, मैं थोनों अज कुड़ी दिखालदा मुंडा दिखाना, तुसी अगले सैचरडे ब्याह रख लोगे? सवाल ही नहीं पैदा होंदा। राइट, इंडिया वाले नूं भी मैं यही कहना कि जे जिद्दां दे रिश्ते थोनों इंग्लैंड तो आउंदे आ, जे इंडिया तो आउण तो तुसी अपनी कुड़ी मुंडे ब्याह दोगे उन्हां नाल? नहीं ना, तुसी पहलां छानबीन करके। इंडिया वाले तो बहुत नटोरीअस है, उत्ते 3 पुश्तां जांदे पिछे बाबियां तक, जे ਉਹਦੇ 'ਚ ਕੋਈ ਨੁਕਸ ਨਿਕਲੇ ਤਾਂ ਰਿਸ਼ਤੇ ਨੂੰ ਨਾ ਕਰ ਦਿੰਦੇ ਆ। ਪਰ ਜਦੋਂ ਪਾਸਪੋਰਟ ਦਾ ਰੰਗ ਮਿਲਦਾ ਜੀ, ਫਿਰ ਭਾਵੇਂ ਕੁਛ ਵੀ ਹੋਵੇ, ਉਮਰ ਦਾ ਗੈਪ ਵੀ ਚੱਲਦਾ, ਡਿਸੇਬਿਲਿਟੀ ਵੀ ਚੱਲਦੀ ਆ, ਮੈਂਟਲ ਹੈਲਥ ਇਸ਼ੂ ਵੀ ਚੱਲਦੇ ਆ। ਐਂਡ ਦੈਨ ਜਦੋਂ ਹਸਬੈਂਡ ਵਾਈਫ ਦਾ ਮੈਚ ਨਾ ਹੋਵੇ ਨਾ, ਫਿਰ ਪੰਗਾ ਪੈਂਦਾ। ਹੁਣ ਜੇ ਇੱਥੋਂ ਫਰਜ਼ ਕਰੋ ਮੁੰਡਾ ਪੱਕਾ ਹੋਇਆ 50 ਸਾਲਾਂ ਦਾ ਹੋ ਗਿਆ, ਕਿਉਂ 20 ਸਾਲ ਤਾਂ ਲੱਗੇ ਹੀ ਜਾਂਦੇ ਵੀਜ਼ਾ ਲੈਣ ਨੂੰ, ਔਰ ਅੱਜ ਕੱਲ੍ਹ ਤਾਂ ਪੱਕਾ ਵੀ ਨਹੀਂ ਕਰਦੇ, ਉੱਤੋਂ 10 ਸਾਲ ਬਾਅਦ ਪੱਕਾ ਕਰਦੇ ਆ। ਮੈਂ 50 ਸਾਲਾਂ ਤੋਂ ਪੱਕਾ ਹੁੰਨਾ ਤਾਂ ਮੈਂ ਕਹਿੰਦਾ ਜੀ ਚਲੋ ਹੁਣ ਰੜਕਾ ਕੱਢਦੇ ਆ। ਮੈਂ 21 ਸਾਲ ਦੀ ਕੁੜੀ ਨਾਲ ਵਿਆਹ ਕਰਦਾ, ਮੈਂ ਹੈਗਾ 4ਥੀ ਫੇਲ, ਤੇ ਜੇ ਮੈਂ ਕਹਾਂ ਕਿ ਜੀ ਮੈਂ MA ਵਾਲੀ ਕੁੜੀ ਨਾਲ ਵਿਆਹ ਕਰਨਾ ਤਾਂ ਉਹਦਾ ਕੀ ਮੇਲ ਆ? I'm kidding myself। ਮੈਂ ਅਕਸ਼ੇ ਕੁਮਾਰ ਤਾਂ ਹੈ ਨਹੀਂ, ਪਰ ਕੁੜੀ ਲੱਭਣੀ ਕਟਰੀਨਾ ਵਰਗੀ, ਬਾਅਦ ਕਹਿਣਾ ਜੀ ਕਟਰੀਨਾ ਭੱਜ ਗਈ ਸਲਮਾਨ ਨਾਲ। ਇੱਦਾਂ ਹੀ ਆ ਜੀ, ਜੋ ਅਕਸਰ ਆਪਣੇ ਆਪ ਨੂੰ ਅਕਸ਼ੇ ਸਮਝਦੇ ਆ ਜੀ, ਉਹ ਜੌਨੀ ਲੀਵਰ ਹੀ ਨਿਕਲਦੇ ਆ। So any relationship needs to be on an equal footing and it needs to be a match. You do that here as well. So I don't understand। और ਮਾਪਿਆਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਜੀ, ਬੇਨਤੀ ਆ ਕਿ ਤੁਸੀਂ ਬੱਚਿਆਂ ਤੇ ਪ੍ਰੈਸ਼ਰ ਨਾ ਪਾਓ ਕਿ ਜੀ ਵਿਆਹ ਕਰਨ। ਵਿਆਹ ਰੱਬ ਸੁੱਖ ਨਾਲ ਰੱਬ ਇੱਕੋ ਹੀ ਕਰਾਵੇ, ਬਹੁਤ ਆ, ਉਹੀ ਬਹੁਤ ਹੁੰਦਾ। ਇੱਕ ਘਰ ਵਾਲਾ ਨਹੀਂ ਪੂਰੀ ਉਮਰ ਤੱਕ ਪਿੱਛਾ ਛੱਡਦਾ, ਬਹੁਤ ਹੁੰਦਾ। ਬਟ ਹੁਣ ਕਈ ਤਾਂ ਤੁਸੀਂ, ਮੈਨੂੰ ਸਮਝ ਨਹੀਂ ਆਉਂਦੀ ਆ, 5 ਸਾਲਾਂ 'ਚ 3 ਵਿਆਹ ਕਰਾ ਲਏ। ਸਾਡੇ ਕੋਲ ਇੱਦਾਂ ਦੇ ਵੀ ਗਾਹਕ ਹੈਗੇ ਆ, ਔਰ 4ਥਾ ਕਰਾਉਣ ਨੂੰ ਫਿਰਦੇ। ਮੈਂ ਕਿਹਾ ਵੀਰੇ, ਜਿੰਨੇ ਤੂੰ ਵਿਆਹ ਕੀਤੇ ਹੋ ਆ ਆਪਣੇ 10 ਸਾਲਾਂ 'ਚ, ਉਨੇ ਤਾਂ ਸਾਡੇ 3 ਪੁਸ਼ਤਾਂ 'ਚ ਨਹੀਂ ਹੋਏ। ਮੇਰੇ ਇੱਕ ਬਾਬੇ ਦਾ ਹੋਇਆ, ਇੱਕ ਮੇਰੇ ਡੈਡੀ ਦਾ ਹੋਇਆ, ਇੱਕ ਮੇਰਾ ਹੋਇਆ। ਤੂੰ ਤਾਂ 10 ਸਾਲਾਂ 'ਚ ਹੀ ਫੱਟੇ ਚੱਕਤਾ। ਰਾਈਟ, ਸੋ ਤੁਸੀਂ ਆਪਣੇ ਜੋ ਹੈਗੇ ਆ ਮੇਲ ਦੇਖੋ ਜੀ, ਕਿਉਂ ਬਾਅਦ 'ਚ ਇਹ ਚੀਜ਼ਾਂ ਜਦੋਂ ਖਰਾਬ ਹੁੰਦੀਆਂ ਤਾਂ ਸੈੱਟ ਕਰਨੀਆਂ ਬਹੁਤ ਔਖੀਆਂ ਹੁੰਦੀਆਂ। ਉਹਨਾਂ ਦਾ ਕਲੀਅਰ ਅਪ ਸਾਨੂੰ ਹੀ ਸਾਫ਼ ਕਰਨਾ ਪੈਂਦਾ। ਮੈਂ I don't mind, because that's what you're paying me for. That's what I get paid for, to do that stuff. But what I do find a bit bad is you go and make the same mistake again. And ਦੁਬਾਰਾ ਉਹੀ, ਤੁਹਾਨੂੰ ਇਹ ਪਤਾ ਕਿ ਕੰਧ ਨਾਲ ਮੱਥਾ ਮਾਰਨ ਨਾਲ ਸਿਰ ਪਾਟ ਹੁੰਦਾ, ਰਾਈਟ? ਤੁਸੀਂ ਪਾੜ ਕੇ ਦੇਖ ਲਿਆ, ਕਿ ਤੁਸੀਂ ਗੱਲ ਨਹੀਂ ਮੰਨੀ, ਪਰ ਫਿਰ ਵੀ ਪਾੜ ਕੇ ਦੇਖ ਲਿਆ ਆਪਣਾ ਸਿਰ। ਫਿਰ ਤੁਸੀਂ ਬਾਅਦ 'ਚ ਪਤਾ ਕੀ ਕਹਿੰਦੇ ਆ ਕਿ ਭਾਈ ਮੈਂ ਫਿਰ ਮਾਰਨਾ ਕੰਧ ਨਾਲ ਸਿਰ ਮੱਥਾ, ਮੇਰਾ ਸਿਰ ਪਾਟ ਜੂ। ਉਹ ਪੁੱਛਦੇ ਵੀ ਆ ਤਾਂ ਅਸੀਂ ਕਹਿੰਦਾ ਵੀਰੇ ਪਹਿਲੀ ਵਾਰੀ ਪਾਟਿਆ ਸੀ, ਹਾਂਜੀ, ਤਾਂ ਹੁਣ ਨਹੀਂ ਹੋ ਸਕਦਾ ਨਾ ਵੀ ਪਾਟੇ, ਚਲੋ try ahead। You ask the same question time and time again, you don't be surprised if you get the same answer। So ਇਹ ਜੋ ਬਹੁਤ ਹੋ ਰਿਹਾ, ਔਰ ਕਈ ਕਾਨੂੰਨਾਂ ਦੇ ਗਲਤ ਪ੍ਰਯੋਗ ਹੋ ਰਹੇ ਆ,
Their laws are made for a good genuine reason, but a lot of people are abusing them. और लोਕਾਂ ਨੂੰ डर लगदा ਇਸ ਚੀਜ਼ ਤੋਂ, and rightly so. ਸੋ ਬੜੇ ਹਿਸਾਬ ਨਾਲ ਬੜੇ ਕੇਅਰਫੁਲੀ ਨਾ ਕਾਲੀ ਪਾਉਣ ਦੀ ਲੋੜ ਨਹੀਂ, ਕੁਛ ਲੁਕੋ ਰੱਖਣ ਦੀ ਲੋੜ ਨਹੀਂ ਜੀ। ਜੇ ਤੁਸੀਂ ਪਹਿਲੇ ਦਿਨ ਤੋਂ ਹੀ ਲੁਕੋ ਰੱਖਣ ਲੱਗ ਪਏ ਆ ਵਿਆਹ ਤੋਂ ਪਹਿਲਾਂ, ਤਾਂ ਤੁਹਾਡੀ ਵਿਆਹ ਝੂਠ ਦੀ ਬੁਨਿਆਦ ਤੇ ਰੱਖੀ ਗਈ ਆ, ਉਹ ਤਾਂ ਫਿਰ ਗਲਤ ਹੋਣਾ ਹੀ। ਸਮਝਦੇ ਆ ਨਾ? ਪਲੀਜ਼ ਤੁਸੀਂ ਨਾ ਕਰੋ। ਬਹੁਤ ਵਿਆਹ ਇੰਡੀਆ ਤੋਂ ਜੋ ਲੋਕ ਕਰਦੇ ਆ ਸਹੀ ਨਿਕਲਦੇ ਆ। 70-80% of weddings अच्छे रहते वो people get married abroad, but as usual ਜਿਹੜੇ ਗਲਤ 20-30% ਆ ਉਹ ਬਾਕੀਆਂ ਲਈ ਕੰਮ ਖਰਾਬ ਕਰ ਦਿੰਦੇ। ਅੱਗੇ ਪਤਾ ਕੀ ਸੀ ਜੀ, ਜਦੋਂ ਤੁਸੀਂ ਵਿਆਹ ਕਰਕੇ ਆਉਂਦੇ ਸੀ ਨਾ, ਲੈਂਡਿੰਗ ਤੇ PR ਹੁੰਦਾ ਸੀ ਬਹੁਤ ਚਿਰ ਪਹਿਲਾਂ, ਫਿਰ ਇਹਨਾਂ ਨੇ ਸਾਲ ਦਾ ਟਾਈਮ ਵਧਾਇਆ, ਸਾਲ ਦਾ ਵੀਜ਼ਾ ਹੁੰਦਾ ਸੀ। ਬਹੁਤੇ ਤੁਸੀਂ ਆਏ ਹੋਣੇ ਸਾਲ ਦੇ ਸਪਾਊਸ ਵੀਜ਼ੇ ਤੇ, ਫਿਰ ਪੱਕੇ ਹੋਏ। ਫਿਰ 2 ਸਾਲ ਦਾ ਵਧਾਇਆ ਜੀ, 2 ਤੋਂ 5 ਵਧਾਇਆ, ਹੁਣ ਤੁਸੀਂ 5 ਤੋਂ ਪਤਾ ਨਹੀਂ ਕਿੰਨੇ ਵਧਾਉਣਾ। ਤਾਂ ਤੁਸੀਂ ਕਿਰਪਾ ਕਰੋ ਇਸ ਚੀਜ਼ ਤੋਂ। ਵਿਆਹ ਨੂੰ ਮਖੌਲ ਨਾ ਸਮਝੋ, ਬੱਚਿਆਂ ਨੂੰ ਇੱਕ ਪੱਕਾ ਹੋਣ ਦਾ ਤਰੀਕਾ ਨਾ ਸਮਝੋ, ਜ਼ਰੀਆ ਨਾ ਸਮਝੋ। ਤੁਸੀਂ ਬੱਚਿਆਂ ਦਾ ਵੈਲਿਊ ਤੁਸੀਂ ਵੀਜ਼ਾ ਪਾਤਾ ਕਿ ਇਹ ਤਾਂ ਬੱਚੇ ਨਹੀਂ ਜੰਮੇ, ਸਾਡੇ ਛੋਟੇ ਛੋਟੇ ਵੀਜ਼ੇ ਜੰਮੇ। ਕੱਲ ਨੂੰ ਇਹਨਾਂ ਨੇ ਬੜੇ ਹੋ ਕੇ ਕਹਿਣਾ ਕਿ ਸਾਡੇ ਸਿਰ ਤੇ ਤਾਂ ਤੁਸੀਂ ਪੱਕੇ ਹੋਏ, ਤੁਸੀਂ ਕੌਣ ਨੇ ਮਾਮੇ ਲੱਗਦੇ ਆ, ਇਹ ਵੀਜ਼ਾ ਤੁਹਾਨੂੰ ਅਸੀਂ ਦਵਾਇਆ। ਕੀ ਰੋਪ ਪਾਉਂਗੇ ਤੁਸੀਂ ਬੱਚੇ ਤੇ? ਜਿਹਦਾ ਤੁਹਾਡਾ ਐਗਜ਼ਿਸਟੈਂਸ ਹੀ ਇੱਥੇ ਉਹਨਾਂ ਕਰਕੇ ਹੋਇਆ ਕਿ ਤੁਸੀਂ ਮੰਮੀ ਡੈਡੀ ਸਾਨੂੰ ਪਿਆਰ ਨਾਲ ਥੋੜੀ ਜਮਾਇਆ, ਤੁਸੀਂ ਤਾਂ ਆਪਣੀ ਲੋੜ ਨੂੰ ਜਮਾਇਆ ਕਿ ਤੁਸੀਂ ਪੱਕੇ ਹੋ ਜਾਓ। That's a fact for a lot of families ਹੈ। ਕੌੜਾ ਲੱਗਣਾ ਤੁਹਾਨੂੰ, ਜਿਹੜੇ ਲੋਕਾਂ ਨੂੰ ਬੱਚਿਆਂ ਦੇ ਬੇਸ ਤੇ ਵੀਜ਼ਾ ਲੱਗਾ, ਕੌੜਾ ਲੱਗਣਾ। ਉਹ ਦੇਖਿਆ ਜਾਵੇ ਤਾਂ ਸੱਚ ਹੈ ਨਾ, ਸੱਚ ਕੌੜਾ ਹੀ ਹੁੰਦਾ। ਸੱਚ ਨੂੰ ਮੈਂ ਕੋਈ ਫੁੱਲਾਂ ਦਾ ਹਾਰ ਤਾਂ ਚਾਹੁੰਦਾ ਹੀ ਨਹੀਂ ਜਾਂ ਐਕਸਪੈਕਟ ਨਹੀਂ ਕਰਦਾ। ਚਲੋ ਹੁਣ ਕਾਲਰ ਆ ਲਾਈਨ ਤੇ, ਦੇਖਦੇ ਕੌਣ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵੀਰ ਗੱਲ ਕਰ ਰਹੇ ਜੀ। ਹਾਂਜੀ ਜਸਵੀਰ ਜੀ। ਭਾਜੀ ਮੈਂ ਨਾ 2.5 ਸਾਲ ਦੇ ਸਪਾਊਸ ਵੀਜ਼ੇ ਲਈ ਐਕਸਟੈਂਡ ਕਰਨ ਲਈ ਜੀ ਐਪਲੀਕੇਸ਼ਨ ਪਾਈ ਸੀ। ਹਾਂ ਐਂਡ ਆਫ ਮਾਰਚ ਜੀ। ਹਾਂ ਤੇ ਉਹਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਜੀ ਆਪਣੀ। ਉਹ ਭਾਜੀ ਸੈਂਟਰ ਨਹੀਂ ਹਲੇ ਖੁੱਲੇ, ਹੁਣੇ ਹੀ ਖੁੱਲੇ ਆ ਪਿਛਲੇ ਹਫਤੇ। ਮੈਂ ਪਿਛਲੇ ਹਫਤੇ ਦੀ ਸ਼ੋਅ ਵਿੱਚ ਵੀ ਕਿਹਾ ਸੀ। ਅੱਛਾ ਜੀ। ਉਹ ਪਿਛਲੇ ਹਫਤੇ ਹੀ ਖੁੱਲੇ ਆ, ਤਾਂ ਉਹਨਾਂ ਦੀ ਖੁੱਲੇ ਆ ਜਿਨ੍ਹਾਂ ਦੀ ਐਪਲੀਕੇਸ਼ਨਾਂ ਪਈਆਂ ਆ। ਸੋ ਤੁਹਾਨੂੰ ਆਪ ਹੀ ਕੰਟੈਕਟ ਕਰੋਗੇ। ਤੁਹਾਡੀ ਡੇਟ ਕੈਂਸਲ ਕਰਤੀ ਹੋਣੀ ਆ ਨਾ? ਨਹੀਂ ਭਾਜੀ ਡੇਟ ਮਿਲੀ ਹੋ ਨਹੀਂ ਸੀਗੀ। ਰਾਈਟ, ਉਹ ਤੁਹਾਨੂੰ ਹੁਣ ਆਪ ਹੀ ਮੈਸੇਜ ਕਰੋਗੇ ਜੀ ਕਿ ਹੁਣ ਤੁਸੀਂ ਡੇਟ ਤੁਹਾਨੂੰ ਅਸੀਂ ਦੇ ਰਹੇ ਹਾਂ। ਓਕੇ ਭਾਜੀ ਥੈਂਕ ਯੂ। ਹਾਂ, ਤਾਂ ਤੁਸੀਂ ਇਹਨਾਂ ਦੇ ਪੋਰਟਲ ਤੇ ਜਾਓ, ਅੱਛਾ ਤੇ ਜੇ ਡੇਟ ਨਹੀਂ ਮਿਲਦੀ ਤਾਂ ਤੁਹਾਨੂੰ ਆਪ ਹੀ ਫੋਨ ਕਰੋਗੇ ਮੇਰਾ ਵੀ। ਥੈਂਕ ਯੂ। ਤੁਹਾਨੂੰ ਆਪ ਮੈਸੇਜ ਕਰੋਗੇ ਈਮੇਲ ਰਾਹੀਂ ਕਿ ਹਾਂ ਤੁਸੀਂ ਡੇਟ ਲੈ ਲਓ। ਤੁਹਾਨੂੰ ਜਿਹੜੀਆਂ ਹੁਣ ਡੇਟਾਂ ਮਿਲ ਰਹੀਆਂ ਇਹ ਉਹਨਾਂ ਨੂੰ ਮਿਲ ਰਹੀਆਂ ਜਿਨ੍ਹਾਂ ਨੇ ਮਾਰਚ ਫਰਵਰੀ 'ਚ ਅਪਲਾਈ ਕੀਤਾ ਸੀਗਾ। ਹਲੇ ਜਨਵਰੀ ਫਰਵਰੀ ਵਾਲੇ ਬੈਠੇ ਆ ਵੀਰੇ, ਕਿ ਮਾਰਚ 23 ਨੂੰ ਤਾਂ ਬੰਦ ਹੋ ਗਏ ਸੀ ਸਾਰੇ ਦਫ਼ਤਰ, ਹੈ ਨਾ? ਯਾਨੀ ਕਿ ਆਪ ਕੰਟੈਕਟ ਕਰਨਗੇ ਜੀ? ਉਹ ਆਪ ਕੰਟੈਕਟ ਕਰਨੇ, ਤੁਸੀਂ ਵੀ ਕਰ ਸਕਦੇ ਆ। ਅੱਛਾ ਜੀ। ਤੁਸੀਂ ਉਹਨਾਂ ਨੂੰ ਈਮੇਲ ਪਾ ਸਕਦੇ ਹੋ। ਤੁਹਾਡੀ ਇੱਕ ਈਮੇਲ ਤਾਂ ਆ ਗਈ ਹੋਣੀ ਕਿ ਤੁਸੀਂ ਅਪਲਾਈ ਕੀਤਾ। ਹਾਂਜੀ ਉਹ ਆ ਗਈ ਸੀ। ਹਾਂ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਆ, ਬਟ ਇਹਨਾਂ ਨੇ ਡੇਟ ਵਾਈਜ਼ ਹੀ ਦੇਣਾ ਆ। ਹੁਣ ਜੇ ਤੂੰ ਕਿੰਨੀ ਮਾਰਚ ਨੂੰ ਕੀਤਾ ਸੀ ਅਪਲਾਈ? ਮੈਂ 20 ਮਾਰਚ ਨੂੰ ਕੀਤਾ ਸੀਗਾ ਜੀ। ਮੇਰਾ ਵੀ ਫਿਰ 23 ਨੂੰ ਲੋਕਡਾਊਨ ਹੋ ਗਏ। ਹਲੇ ਤਾਂ ਪਹਿਲੇ ਦੂਜੇ ਤੀਏ ਵਾਲੇ ਹਲੇ ਬੈਠੇ ਆ। ਠੀਕ ਹੈ। 3 ਤਰੀਕ ਵਾਲੇ ਉਹ ਸਾਰੇ ਬੈਠੇ ਮੇਰਾ ਵੀਰ ਹਲੇ ਡੇਟ ਲੈਣ ਲਈ। ਭਾਜੀ ਕੋਈ ਵੀਜ਼ੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਹਨਾ? ਨਹੀਂ, as long as ਤੇਰੇ ਆਪਣੇ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਤੂੰ ਅਪਲਾਈ ਕੀਤਾ ਤਾਂ ਤੇਰੇ ਕੋਲ ਸਾਰੇ ਕਾਗਜ਼ ਠੀਕ ਸੀ, ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਮੇਰਾ। ਮੈਂ ਮਹੀਨਾ ਪਹਿਲਾਂ ਅਪਲਾਈ ਕੀਤਾ ਸੀਗਾ ਜੀ। ਨੋ ਪ੍ਰੋਬਲਮ ਵੀਰੇ। ਥੈਂਕ ਯੂ ਭਾਜੀ। ਥੈਂਕ ਯੂ। ਓਕੇ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਹੁਣ ਆਹ ਦੇਖੋ ਜੀ, ਇਹ ਵੀ ਇੰਡੀਆ ਤੋਂ ਆਏ ਆ, ਕਿੰਨੇ ਸੋਹਣੇ ਆ। The rules are changed for people like this because of the people who can't really do it. Okay, so ਰੀਤ ਦਾ ਮੈਸੇਜ ਆਇਆ ਜੋ ਥਾਣੇਦਾਰ ਨਹੀਂ ਵੀ ਆ। So police officer, amazing show, thank you very much. Let's have a look. ਮੈਸੇਜ ਹੀ ਪੜ੍ਹਦੇ ਇੰਨਾ ਹੀ ਬਹੁਤ ਆ। Right, let's have a look. ਮੁੰਡਾ ਕਹਿੰਦਾ ਜੀ ਭਾਈ ਲਾਡੀ ਦੇ ਲਾਡੋ ਵਾਲੇ ਕੇਸ ਬਹੁਤ ਹੈ ਜੀ। ਮੈਂ ਹੁਣ ਕੀ ਤੁਹਾਨੂੰ ਦੱਸਾਂ, ਲਾਡੀ ਦੇ ਲਾਡੋ ਵਾਲੇ ਬਹੁਤ ਕੇਸ ਹੈ ਜੀ, ਕੀ ਦੱਸੀਏ। ਅੱਜ ਕੱਲ੍ਹ ਜੋ ਤੁਸੀਂ ਆਹ ਸੁਣ ਰਹੇ ਨਾ TV ਤੇ, ਇਹ ਤਾਂ ਸਿਰਫ ਤੁਹਾਨੂੰ 25% ਆਫ ਦ ਪਿਕਚਰ ਹੈ। ਜੇ ਤੁਸੀਂ ਕਿਤੇ ਦਫ਼ਤਰ ਬੈਠੋ ਮਿਲਣਾ
ਤੁਸੀਂ ਕਹਿਣਾ ਹਰਜਾਪ ਭਾਈ ਆਪਾਂ ਤੁਹਾਡੀ ਜੌਬ ਨਹੀਂ ਕਰਨੀ, ਜਿੰਨਾ ਕੁਛ ਸਾਨੂੰ ਸੁਣਨਾ ਪੈਂਦਾ, but it's part of the job and we take that home with us and it gets very stressful. ਕਦੇ ਮੇਰੇ ਤਾਂ ਸੁਪਨੇ 'ਚ ਵੀ ਵਿਚਾਰੇ ਫੌਜੀ ਆਉਂਦੇ ਹੁਣ। ਇੱਕ ਵਾਰੀ ਮੈਂ ਤੁਹਾਨੂੰ ਕੀ ਦੱਸਾਂ, ਤੁਹਾਨੂੰ ਮੈਂ ਸੱਚੀ ਗੱਲ ਇੱਕ ਵਾਰੀ ਮੈਂ ਦੱਸ ਦਿੰਦਾ ਕਿ ਇੱਕ ਵਾਰੀ ਸੁੱਤਾ ਪਿਆ ਸੀ, ਕੂਣੀਆਂ ਵੱਜੀਆਂ 4 ਕੁ। ਮੈਂ ਕਿਹਾ ਆ ਕੀ ਹੋਇਆ, ਬੜੀ ਜ਼ੋਰ ਨਾਲ ਕੂਣੀਆਂ ਵੱਜੀਆਂ ਤਾਂ ਬਾਂਹ ਹੀ ਸੁੱਜ ਗਈ। ਉੱਠਿਆ, ਮੈਂ ਕਿਹਾ ਹਾਂਜੀ ਰਜਵਿੰਦਰ ਕੋਲ ਦੱਸੋ ਕੀ ਗੱਲ ਆ। ਤਾਂ ਮੈਂ ਤਾਂ ਨੀਂਦ ਆ ਮਸੀ ਤਾਂ ਨੀਂਦ ਆਉਂਦੀ ਤਾਂ ਤੂੰ ਠਾ ਲੈਂਦੀ ਆ। ਕਹਿੰਦੀ ਤੂੰ ਆ ਕੀ ਕਰਨ ਡਿਆ ਸੀ? ਮੈਂ ਕਿਹਾ ਕੀ ਕਰਨ ਡਿਆ? ਕਹਿੰਦੀ ਤੂੰ ਤਾਂ ਉੱਚੀ ਬੋਲਣ ਡਿਆ ਸੀ। ਮੈਂ ਕੀ ਬੋਲਣ ਡਿਆ? ਤੂੰ ਕਹਿੰਦਾ ਸੀ ਬੂਟਿਆ ਕੋਈ ਗੱਲ ਨਹੀਂ, ਫਿਕਰ ਨਾ ਕਰ, ਬਾਰ ਫੋਨ ਨਾ ਕਰ, ਤੇਰੀ ਅਪੀਲ ਲੱਗ ਗਈ, ਵੀਜ਼ਾ ਲੱਗ ਜੂ। Are you having me on? Was I saying that? And she goes, yes. ਉਹ ਬੂਟਿਓ ਤੁਸੀਂ ਤਾਂ ਸੁਪਨਿਆਂ 'ਚ ਵੀ ਆਉਣ ਲੱਗ ਪਏ ਹੁਣ, ਕਿਰਪਾ ਕਰੋ ਥੋੜ੍ਹੀ ਜਿਹੀ। ਕੋਈ ਗੱਲ ਨਹੀਂ, ਹਾਂ ਤੁਹਾਡਾ ਵੀਰ ਬੈਠਾ ਨਾ ਇੱਥੇ, ਵੀਜ਼ਾ ਲਵਾ ਕੇ ਹਟਦਾ। ਬਾਕੀ ਹੁਣ ਥੋੜ੍ਹੀ ਇਨਫੋਰਮੇਸ਼ਨ ਆਪਣੀ ਦੇ ਦਿੰਦੇ ਹਾਂ। ਦਫ਼ਤਰ ਖੁੱਲ੍ਹੇ ਆ ਜੀ ਹੁਣ ਆਪਣੇ, ਅਪੋਇੰਟਮੈਂਟਾਂ ਵੀ ਲੈ ਰਹੇ ਹਾਂ ਜੀ, ਹੋਮ ਆਫਿਸ ਦੀਆਂ ਐਪਲੀਕੇਸ਼ਨਾਂ ਵੀ ਪੈ ਰਹੀਆਂ ਸਾਰੀਆਂ ਠੀਕ ਠਾਕ। ਜੇ ਤੁਹਾਨੂੰ ਕਿਸੇ ਚੀਜ਼ ਦਾ ਸ਼ੱਕ ਆ ਜੀ ਕਿ ਤੁਹਾਡੀ ਇਨਕਮ ਨਹੀਂ ਬਣਦੀ ਜਾਂ ਇੰਗਲਿਸ਼ ਟੈਸਟ ਤੁਸੀਂ ਨਹੀਂ ਕੀਤਾ, ਆ ਕੇ ਤੁਸੀਂ ਪੁੱਛ ਲਓ, ਤੁਹਾਨੂੰ ਮੈਂ ਹੱਲ ਉਹਦਾ ਦੱਸ ਦਿੰਦਾ, ਉਹਦਾ ਹੱਲ ਵੀ ਹੈਗਾ ਆ। ਸੋ ਹਾਂਜੀ, ਟੋਪੀ ਤੋਂ ਲੈ ਕੇ ਹਾਈ ਹੀਲ ਤੱਕ ਤਾਂ ਨਾ ਸਾਰੀ ਚੀਜ਼ਾਂ ਦਾ ਇਲਾਜ ਹੈਗਾ ਆਪਣੇ ਕੋਲ। ਅਤੇ ਆਪਾਂ ਜੋ ਹੈਗੇ ਠੀਕ ਆ। ਆਪਣੇ ਦਫ਼ਤਰ ਵਿੱਚ ਵੀ ਅਸੀਂ ਆਪਣਾ ਸੋਸ਼ਲ ਡਿਸਟੈਂਸਿੰਗ ਰੱਖਿਆ, ਸ਼ੀਲਡਾਂ ਲਾਈਆਂ ਆ, ਤੁਸੀਂ ਆ ਕੇ ਮਿਲ ਸਕਦੇ। ਹਰ ਮੰਗਲਵਾਰ ਬਰਮਿੰਘਮ ਹੁੰਦਾ, ਬਾਕੀ ਦਿਨ ਸਾਊਥ ਹਾਲ ਹੀ ਹੁੰਦਾ ਜੀ। ਜਿਨ੍ਹਾਂ ਨੇ ਦੇਖਣਾ ਜੀ ਹੈਵਲੌਕ ਰੋਡ 'ਤੇ ਕਿੰਗ ਸਟਰੀਟ ਦੇ ਕੋਨੇ 'ਤੇ, well now known as Havelock Road but hopefully will be known as Shri Guru Nanak Dev Ji Road, but ਹਾਂਜੀ ਜਿਨ੍ਹਾਂ ਨੇ ਆ ਕੇ ਮਿਲ ਸਕਦੇ ਆ ਜੀ। ਜਿਨ੍ਹਾਂ ਨੇ ਨਹੀਂ ਮਿਲ ਸਕਦੇ ਜਾਂ ਦੂਰ ਰਹਿੰਦੇ ਆ ਜਾਂ ਕੋਵਿਡ ਕਰਕੇ ਡਰਦੇ ਆ ਜੀ, ਤੁਸੀਂ ਫੋਨ 'ਤੇ ਅਪੋਇੰਟਮੈਂਟ ਬੁੱਕ ਕਰ ਸਕਦੇ ਆ। ਫੋਨ 'ਤੇ ਤੁਹਾਡੇ ਨਾਲ ਗੱਲ ਕਰਦੀ ਜਾਂ ਸਕਾਈਪ ਰਾਹੀਂ ਗੱਲ ਕਰਦੀ ਹੈ। ਜਿਨ੍ਹਾਂ ਨੇ ਮੂੰਹ ਜ਼ਿਆਦਾ ਦੇਖਣਾ ਮੇਰਾ, ਜਿਨ੍ਹਾਂ ਨੇ ਵਟਸਐਪ ਰਾਹੀਂ ਦੇਖਣਾ ਆ, ਉਹਨਾਂ ਵਿੱਚ ਜ਼ੂਮ ਰਾਹੀਂ ਵਗੈਰਾ ਸਾਰਾ ਅਰੇਂਜ ਕਰ ਦਈਦਾ ਆ। ਸੋ ਬਿਜ਼ਨਸ ਇਜ਼ ਐਜ਼ ਯੂਜਲ ਜੋ ਹੈਗਾ। ਦਫ਼ਤਰ ਦੇਖੋ ਕੰਮਕਾਰ ਨਹੀਂ ਬੰਦ ਹੁੰਦੇ, ਹਾਂ ਇਸ ਵੇਲੇ ਐਮਬੈਸੀਆਂ ਬੰਦ ਆ, ਅਤੇ ਪਰ ਹੋਮ ਆਫਿਸ ਹੁਣ ਹੌਲੀ ਖੁੱਲ੍ਹ ਰਿਹਾ, ਔਰ ਹੋਮ ਆਫਿਸ ਦੇ ਸਟਾਫ ਘਰੋਂ ਕੰਮ ਕਰ ਰਿਹਾ। ਸੋ ਸਾਨੂੰ ਜਿੰਨੇ ਫੋਨ ਆਉਂਦੇ ਆ ਹੁਣ ਹੋਮ ਆਫਿਸ ਦੇ, ਉਹ ਘਰ ਬੈਠੇ ਹੁੰਦੇ ਆ। ਮੈਂ ਅਕਸਰ ਗੱਲ ਕਰਦਾ ਹੁੰਦਾ, ਅਤੇ ਇੱਕ ਇਸ ਹਫ਼ਤੇ ਫੋਨ ਆਇਆ ਅਤੇ ਆਇਆ ਜਾਬ ਖੋਲ੍ਹਣੇ ਫੋਨ ਹੋਮ ਆਫਿਸ, ਹੋਇਆ ਮੈਂ ਕਿਹਾ ਕਿੱਦਾਂ ਕੋਰੋਇਡਨ ਬੈਠੀ ਨੇ? ਕਹਿੰਦੀ ਨਾ ਹਾਂ। ਮੈਂ ਤੇਰੀ ਤਾਂ ਮੌਜਾਂ ਲੱਗੀਆਂ ਘਰੋਂ ਬੈਠੇ। ਕਹਿੰਦੇ ਇਹ ਸਾਰੀ ਫੈਸਿਲਿਟੀਜ਼ ਘਰ ਆ, ਘਰੋਂ ਹੀ ਤੁਹਾਨੂੰ ਫੋਨ ਕਰੀਦਾ। ਮੈਂ ਕਿਹਾ ਮੌਜਾਂ। ਮੈਂ ਕਿਹਾ ਆ ਤਾਂ ਨਿਆਣੇ ਰੋਂਦੇ ਪਿੱਛੇ। ਕਹਿੰਦੀ ਕੋਈ ਗੱਲ ਨਹੀਂ, ਹਾਂ ਉਹ ਖਾਣ ਦਾ ਟਾਈਮ ਹੋ ਗਿਆ ਇਹਨਾਂ ਦਾ। ਮੈਂ ਕਿਹਾ ਠੀਕ ਆ। ਮਤਲਬ ਉਹ ਵੀ ਸਾਡੇ ਅੰਗਰ ਵਿਅਕਤੀ ਆ। ਦੇ ਹੈਵ ਦ ਸੇਮ ਪ੍ਰੋਬਲਮਸ ਐਜ਼ ਵੀ ਡੂ, ਦੇ ਹੈਵ ਦ ਸੇਮ ਇਸ਼ੂਜ਼ ਐਜ਼ ਵੀ ਡੂ, ਬਟ ਦੇ ਵਰਕਿੰਗ ਫਰੋਮ ਹੋਮ। ਐਂਡ ਸੋ ਪ੍ਰੋਸੈਸ ਜੋ ਹੈਗੇ ਆ ਇਹ ਨਹੀਂ ਮਤਲਬ ਹਟਦੇ ਜੋ ਹੈਗੇ ਆ ਸਿਚੁਏਸ਼ਨ ਆ। ਸੋ ਜਿਨ੍ਹਾਂ ਨੇ ਆਉਣਾ ਆ ਜੀ, ਤੁਸੀਂ ਐਪਲੀਕੇਸ਼ਨਾਂ ਪਾਉਣ ਤੋਂ ਮੈਂ ਇਹ ਕਹੂੰਗਾ ਬੜੇ ਧਿਆਨ ਨਾਲ ਤੁਸੀਂ ਰਹੋ। ਐਪਲੀਕੇਸ਼ਨਾਂ ਜੋ ਹੈਗਾ ਬੜੇ ਧਿਆਨ ਨਾਲ ਕਰੋ, ਬਿਕੋਜ਼ ਗਲਤ ਹੋ ਜਾਵੇ ਤਾਂ ਫੀਸ ਜਾਂਦੀ ਲੱਗਦੀ ਹੈ, ਔਰ ਫੀਸ ਹੈਗੀ ਬਹੁਤ। ਇੱਕ ਚੀਜ਼ ਦਾ ਮੈਨੂੰ ਹੈ, ਇੱਕ ਚੀਜ਼ ਪੰਜਾਬੀਆਂ ਦੀ ਦਾਤ ਦੇਣੀ ਪੈਣੀ ਆ ਭਾਈ। ਸਲਾਹ ਦੇ ਪੈਸੇ ਕਿੰਨੇ ਲਈਦੇ ਆ ਭਾਈ? 25 ਪਾਉਂਡ। 25 ਪਾਉਂਡ ਭਾਈ, ਇੰਨੇ? ਅੱਛਾ ਅਪਲਾਈ ਕਰਨ ਦਾ ਕਿੰਨਾ ਆ ਭਾਈ? ਹੋਮ ਆਫਿਸ ਨੇ 2500 ਪਾਉਂਡ ਲੈਣਾ ਅਪਲਾਈ ਕਰਨ ਦਾ, ਇਕੱਲਾ ਹੋਮ ਆਫਿਸ ਦਾ। ਉਹ ਕੋਈ ਗੱਲ ਨਹੀਂ ਭਾਈ, ਉਹ ਦੇ ਦਾਂਗੇ। ਇਹ ਆਦਤ ਨਹੀਂ ਗਈ ਨਾ, ਤਾਂ ਹੀ ਜਨਰਲ ਹੈਵਲੌਕ ਕਰਕੇ ਆਂਦੇ ਨਾਂ ਲਿਖਿਓ ਰੋਡਾਂ 'ਤੇ। ਇਹ ਆਦਤ ਠਾ ਲਓ। ਸੋ 25 ਪਾਉਂਡ ਕਰਕੇ ਕਈ ਆਪਣਾ ਹਜ਼ਾਰਾਂ ਦਾ ਨੁਕਸਾਨ ਕਰਾ ਲੈਂਦੇ ਆ। ਮੈਂ ਤਾਂ ਇਹੀ ਕਹੂੰਗਾ ਜੀ, ਜੋ ਵੀ ਕੰਮ ਕਰਨਾ ਧਿਆਨ ਨਾਲ ਕਰਨਾ। ਜਦੋਂ ਮੈਂ ਵੀ ਕੋਈ ਚੀਜ਼ ਦੀ ਅਪਲਾਈ ਕਰਦਾ ਆਪਣੇ ਨਿੱਜੀ ਲਈ, ਹੁਣ ਮੈਂ ਕਈ ਮੌਰਗੇਜਾਂ ਲਈ ਅਪਲਾਈ ਕਰਦਾ, ਮੈਂ ਵੀ ਸਲਾਹ ਲੈਂਦਾ, ਤਾਂ ਉਹ ਸਲਾਹ ਲਈ ਮੈਨੂੰ ਪੈਸੇ ਦੇਣੇ ਪੈਂਦੇ, ਮੈਂ ਵੀ ਦਿੰਦਾ। ਤਾਂ ਤੁਸੀਂ ਤਾਂ 25 ਦੇ ਕੇ ਡਰਦੇ ਆ ਨਾ, ਮੈਨੂੰ ਤਾਂ 250 ਦੇਣੇ ਪੈਂਦੇ ਆ। ਤਾਂ ਅਗਲੇ ਦੇਖ ਲੈਂਦੇ ਹਰਜਾਬ ਭੰਗਲ ਆਉਂਦਾ, ਹੁਣ ਐਂ ਤਾਂ 250 ਦਾ 400 ਬਣਾ ਦਿੰਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਮੈਂ ਸ਼ੀਲਡਾਂ ਲਾਉਣੀਆਂ ਸੀ ਦਫ਼ਤਰ ਦੇ ਵਿੱਚ। ਬੰਦਾ ਕਹਿੰਦਾ ਮੈਂ ਸਾਊਥ ਹਾਲ ਸ਼ੀਲਡਾਂ ਲਾਉਣੀਆਂ, 3 ਸ਼ੀਲਡਾਂ ਲਾਉਣੀਆਂ ਸੀ। ਪਤਾ ਕਿੰਨਾ ਕੋਟ ਕੀਤਾ ਹੁਣ? 900 ਪਾਉਂਡ 3 ਸ਼ੀਲਡਾਂ ਲਾਉਣ ਲਈ। ਅਤੇ ਜੇ ਉੱਦਾਂ ਮਾਤਰਿਆ ਹੁੰਦਾ, ਜਿਹਨੂੰ ਨਹੀਂ ਹੁਣ ਵਕੀਲ ਟਾਈਪ ਜਿੱਦਾਂ, ਅਤੇ ਉਹ ਮੈਂ ਦੇ ਦਿੰਦੇ ਸੀਗੇ ਚੁੱਪ ਕਰਕੇ। ਹੁਣ ਆਪਾਂ ਹੱਥੀਂ ਕੰਮ ਕੀਤਾ,
ਆਪਾਂ ਵਿੰਡੇ ਵੀ ਪਾਏ ਹੋ ਆ, ਬੌਂਡਿੰਗ ਵੀ ਰਲਾਈ ਹੋ ਆ, ਮੈਂ ਨਿਆਂ ਵੀ ਪੱਟੀਆਂ, ਮੈਂ ਰੂਫਾਂ ਤੇ ਵੀ ਚੜਿਆ, ਖੁਦ ਆਪਾਂ ਕੀਤਾ ਆ। ਮੈਂ ਫਿਨਿਸ਼ਿੰਗ ਵੀ ਕੀਤੀ ਹੋ ਆ, ਹੱਥ ਨਾਲ ਫਿਨਿਸ਼ਿੰਗ ਵੀ ਰਲਾਈ ਹੋ ਆ। ਗਰਾਰੀ ਇਹ ਨਹੀਂ ਹੁੰਦੀ ਸੀ ਉਸ ਟਾਈਮਾਂ ਦੇ ਵਿੱਚ, ਮੱਕ ਵੀ ਰਲਾਇਆ। ਮੈਨੂੰ ਤਾਂ ਪਤਾ ਕਿ ਕੀ ਹਿਸਾਬ ਕਿਤਾਬ ਸੀ। ਫਿਰ ਮੈਂ ਫੇਸਬੁੱਕ ਤੇ ਮੈਸੇਜ ਪਾਇਆ ਜੀ ਸ਼ੀਲਡਾਂ ਲਾਉਣੀਆਂ। ਮੇਰੇ ਇੱਕ ਬੰਦੇ ਨੇ ਹੈਲਪ ਕੀਤੀ ਆ, 2 ਬੰਦਿਆਂ ਨੇ। ਮੈਨੂੰ ਪਰਵਿੰਦਰ ਸੀਧਾ ਜੋ ਹੈਗਾ ਉਹਨੇ ਮੈਨੂੰ ਮੈਸੇਜ ਭੇਜਿਆ, ਭਾਈ ਆਹ ਬੰਦਾ ਆ ਗੁਰਚਰਨ ਮਥਾਰੂ। ਗੁਰਚਰਨ ਮਥਾਰੂ ਨੇ ਜੀ ਕਹਿੰਦਾ ਭਾਈ ਤੁਸੀਂ ਦੱਸੋ, ਮੈਂ ਸ਼ੀਲਡਾਂ ਲਾ ਲੈਣਾ। ਔਰ 900 ਪਾਉਂਡ ਦੀ ਚੀਜ਼ ਭਾਈ ਤੁਹਾਨੂੰ ਮੈਂ ਦੱਸਦਾ ਸਾਰਿਆਂ ਨੂੰ 350 ਚ ਪਾ ਕੇ ਗਿਆ। 900 ਪਾਉਂਡ ਦੀ ਚੀਜ਼। ਐਦਾਂ ਨਹੀਂ ਕਿ ਮੈਂ ਫ੍ਰੀ ਨਹੀਂ ਕਰਾਇਆ ਕਿਸੇ ਤੋਂ, ਮੈਂ ਫ੍ਰੀ ਕਿਸੇ ਤੋਂ ਕੰਮ ਕਰਾਉਂਦਾ ਹੀ ਨਹੀਂ। ਮੇਰੀ ਇਹ ਆਈ ਕਿ ਮੈਂ ਫ੍ਰੀ ਕਿਸੇ ਤੋਂ ਕੰਮ ਨਹੀਂ ਕਰਾਉਂਦਾ, ਕਿਉਂਕਿ ਜਿਹੜੀ ਰੋਜ਼ੀ ਰੋਟੀ ਕਿਸੇ ਦੀ ਦਿਹਾੜੀ ਹੁੰਦੀ, ਮੈਂ ਉਹਦੀ ਰਿਸਪੈਕਟ ਕਰਦਾ ਉਸ ਚੀਜ਼ ਦੀ। ਮੈਨੂੰ ਪਤਾ ਹੈ ਇਸ ਚੀਜ਼ ਦਾ, ਮੈਂ ਫ੍ਰੀ ਨਹੀਂ ਕਦੇ ਲੈਂਦਾ ਕਿਸੇ ਚੀਜ਼ ਤੋਂ। ਮੇਰੇ ਤੋਂ ਲੋਕ ਬਹੁਤ ਫ੍ਰੀ ਕਰਾ ਲੈਂਦੇ ਆ। ਉਹੀ ਗੱਲ ਹੋ ਜਾਂਦੀ ਕਿ ਬਾਅਦ 'ਚ ਕਹਿੰਦੇ ਲੂਣ ਘੱਟ ਸੀ, 4 ਪਤੀਲੇ ਮਾਹੀਂ ਦਾਲ ਖਾ ਕੇ ਵਿਆਹ ਤੇ, ਬੱਕਰੇ ਖਾ ਕੇ 4, ਬਾਅਦ 'ਚ ਕਹਿਣਾ ਜੀ ਉਹ ਸਵਾਦ ਜਿਹਾ ਨਹੀਂ ਆਇਆ, ਢਕਾਰ ਮਾਰ ਕੇ। ਬਟ ਆਪਾਂ ਨਹੀਂ ਕਿਸੇ ਤੋਂ ਫ੍ਰੀ ਕੰਮ ਕਰਾਈਦਾ, ਪਰ ਆਪਾਂ ਇਹ ਵੀ ਨਹੀਂ ਕਿ ਕਿਸੇ ਨੂੰ ਨਜਾਇਜ਼ ਫਾਇਦਾ ਉਠਾਉਣਾ ਚਾਹੀਦਾ ਆਪਣੀ ਗੱਲ ਦਾ। ਸੋ that's a lesson for you in life, that don't let people take advantage of you. Yeah, if you know your value, you never do anything for free. ਇੰਨੀ ਗੱਲ ਹੈ ਜੀ। ਬਾਕੀ ਫ੍ਰੀ ਮੈਂ ਇੰਨਾ ਹੀ ਘੱਟ ਹੈ ਜੀ ਕਿ ਮੈਂ 2007 ਦਾ 13 ਸਾਲ ਤੋਂ ਇਸ ਚੈਨਲ ਤੇ, ਇੱਕੋ ਹੀ ਚੈਨਲ ਤੇ ਫ੍ਰੀ ਤੁਹਾਨੂੰ ਸਲਾਹਾਂ ਦਿੰਦਾ। 10 ਸਾਲ ਹੋ ਗਏ ਮੈਨੂੰ BBC ਏਸ਼ੀਅਨ ਨੈਟਵਰਕ ਤੇ ਫ੍ਰੀ ਸਲਾਹਾਂ ਦਿੰਦੇ ਨੂੰ ਹਰ ਮਹੀਨੇ। That's my free to the ਦੁਨੀਆ। ਇੰਨਾ ਕੁ ਮੈਂ ਕਰਦਾ ਜੀ ਤੁਹਾਡੇ ਲਈ ਆ ਕੇ, ਔਰ ਇੰਨਾ ਬਹੁਤ ਆ ਮੇਰੇ ਟਾਈਮ ਤੇ, ਬਹੁਤ ਆ। ਬਹੁਤ ਲੋਕ ਆ ਉਹ ਇੰਨਾ ਵੀ ਨਹੀਂ ਕਰਦੇ। ਸੋ ਆਪਣੇ ਹਿਸਾਬ ਨਾਲ ਮੈਂ ਠੀਕ ਹਾਂ ਜੀ, ਆਪ ਕਲੀਅਰ ਕੌਨਸ਼ੀਅਸ। ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਯੋਗਦਾਨ ਪਾਓ ਇਨ ਦ ਕਮਿਊਨਿਟੀ। ਆਪਾਂ ਕਮਿਊਨਿਟੀ ਹੈਗੇ, ਕਮਿਊਨਿਟੀ ਬਣ ਕੇ ਰਹਿਣਾ, ਔਰ ਅੱਗੇ ਵੀ ਐਜ਼ ਅ ਕਮਿਊਨਿਟੀ ਵਧਾਂਗੇ। ਤੁਸੀਂ ਇਕੱਲੇ ਵਧਣਾ then good luck to you, ਪਰ ਤੁਸੀਂ ਫਿਰ ਰਹਿ ਵੀ ਇਕੱਲੇ ਹੀ ਜਾਂਦੇ ਆ। ਆਪਾਂ ਇਹ ਹੈ ਕਿ ਅਸੀਂ ਵੱਧਦੇ ਹਾਂ ਤਾਂ ਆਪਾਂ ਚਾਹੁੰਦੇ ਕਿ ਸਾਡੇ 10 ਭਰਾ ਹੋਰ ਵੀ ਵਧਣ ਨਾਲ ਆਪਣੇ ਨਾਲ। ਚਲੋ ਜੀ, ਹੁਣ ਮੈਸੇਜ ਆ ਰਿਹਾ ਸਾਡੇ ਹਰਪਾਲ ਜੀ ਦਾ। ਹਰਪਾਲ ਜੀ ਮੈਂ ਤੁਹਾਨੂੰ ਵਧਾਈਆਂ ਦੇ ਦੇਵਾਂ, ਸਾਡੇ ਟੈਕਨੀਸ਼ੀਅਨ ਸਾਹਿਬ ਨੂੰ, ਜੋ ਕਿ ਸਾਡੇ ਡਾਇਰੈਕਟਰ ਸਾਹਿਬ ਆ ਹਰਪਾਲ ਜੀ ਨੂੰ, ਉਹਨਾਂ ਨੂੰ ਵਧਾਈਆਂ ਦੇਵਾਂ। ਉਹਨਾਂ ਨੇ ਬੈਕਗਰਾਊਂਡ ਬਣਾਇਆ, ਉਹਨਾਂ ਦੀ ਮਿਹਨਤ ਰਹੀ ਆ, ਤੁਸੀਂ ਬਹੁਤ ਪਸੰਦ ਕੀਤਾ। ਮੇਰਾ ਖਿਆਲ 7-8 ਮੈਸੇਜ ਮੈਨੂੰ ਸਿਰਫ ਤੁਹਾਡੇ ਬੈਕਗਰਾਊਂਡ ਕਰਕੇ ਆ ਗਏ। ਹਰਪਾਲ ਜੀ ਸਭ ਬਹੁਤ ਬਹੁਤ ਵਧਾਈਆਂ ਤੁਹਾਨੂੰ। ਉਹ ਹਰਸ਼ਜੀਤ ਡਿਜ਼ਾਈਨਰ ਕੋਈ ਗੱਲ ਨਹੀਂ, ਪਰ ਵਿੱਚ ਕ੍ਰੈਡਿਟ ਤਾਂ ਆਪਾਂ ਹੀ ਲੈਣਾ। ਜਿੱਦਾਂ ਜੀ ਗੁਰੂ ਨਾਨਕ ਜੀ ਦੇਵ ਜੀ ਰੋਡ ਦਾ ਕਿ ਪ੍ਰਸਤਾਵ ਤਾਂ ਇੱਕ ਨੇ ਰੱਖਿਆ ਸੀ ਮੋਹਰੇ, ਹੁਣ ਬੱਲੇ ਬੱਲੇ ਕਰਾਉਣ ਲਈ ਤਾਂ 8 ਪੋਲੀਟੀਸ਼ੀਅਨ ਆ ਗਏ ਮੋਹਰੇ। ਇੱਦਾਂ ਹੀ ਹਿਸਾਬ ਹੁੰਦਾ ਸਾਡੇ ਪੰਜਾਬੀਆਂ 'ਚ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਮਿਲੂੰਗਾ ਤੁਹਾਨੂੰ ਫਰਾਈਡੇ ਨੂੰ, ਅਨਲੈਸ ਮੰਡੇ ਕੋਈ ਮੇਰੇ ਕੋਲ ਕੋਈ ਗੈਸਟ ਆਇਆ। ਔਰ ਬੜੇ ਫਖਰ ਦੇ ਨਾਲ ਕਹਿਣ ਦੀ ਗੱਲ ਆ ਕਿ ਜੀ ਸਾਡੀ ਗੱਲ ਹੋ ਰਹੀ ਆ ਪੁਲਿਸ ਨਾਲ, ਕਿ ਪੁਲਿਸ ਆ ਕੇ ਇੱਥੇ ਆਪਣਾ ਥੋੜ੍ਹਾ ਯੋਗਦਾਨ ਪਾਉਣ ਅਤੇ ਲੋਕਾਂ ਨੂੰ ਐਡਵਾਈਸਾਂ ਦੇਣ ਜੋ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਕਾਨੂੰਨਾਂ ਬਾਰੇ। ਸੋ ਦੈਟਸ ਅ ਗ੍ਰੇਟ ਥਿੰਗ ਟੂ ਲੁੱਕ ਫੋਰਵਰਡ ਟੂ। ਇਫ ਯੂ ਆਰ ਐਟ ਹੋਮ ਐਂਡ ਯੂ ਥਿੰਕ ਯੂ've got a message to give the public, then by all means please contact me. If you're a doctor, accountant, dentist, whatever you think, optician, and you think that our community can benefit from your advice, then please get in contact with me. You can record a video, or I'd love to have you on as a guest in future shows. So thank you very much ji. ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ, ਅਰਦਾਸ ਹੈ ਜੀ ਕਿ ਤੁਸੀਂ ਸਾਰੇ ਸੁਰੱਖਿਅਤ ਰਹੋ, ਠੀਕ ਰਹੋ, ਤੇ ਹੋਪਫੁਲੀ ਆ ਸਾਰਾ ਜੋ ਦੁਨੀਆ ਨੋਰਮਲ ਤੱਕ ਅਸੀਂ ਪਹੁੰਚਾਂਗੇ। ਤੇ ਬਸ ਇਹੀ ਆ ਕਿ ਤੁਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹੋ, ਔਰ ਇੱਕ ਦੂਜੇ ਦੀ ਰਿਸਪੈਕਟ ਕਰੋ, ਐਂਡ ਇੱਕ ਦੂਜੇ ਦੀ ਜੋ ਹੈਗੀ ਆ ਵੈਲਿਊ ਪਾਓ। ਇੰਨਾ ਹੀ ਬਹੁਤ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।